ਐਗਰੀ ਡਿਸਐਗਰੀ ਐਸੇ ਕਿਵੇਂ ਲਿਖਣਾ ਵਾ, ਬੋਥ ਵੀ ਵਾਲੇ ਐਸੇ ਕਿਵੇਂ ਲਿਖਣੇ ਆ। ਮੈਂ ਤੁਹਾਨੂੰ ਆਪਣਾ ਟੱਚ ਪਾ ਕੇ ਦੱਸੂਗਾ ਕਿ ਮੈਨੂੰ ਲੱਗਦਾ ਓਰੀਜਨਲੀ ਬੋਥ ਵੀ ਵਾਲਾ ਐਸੇ ਕਿੱਦਾਂ ਦਾ ਹੋਣਾ ਚਾਹੀਦਾ ਵਾ, ਅਗਰੀ ਡਿਸਐਗਰੀ ਕਿੱਦਾਂ ਦਾ ਐਸੇ ਹੋਣਾ ਚਾਹੀਦਾ ਵਾ, ਐਂਡ ਪ੍ਰੋਬਲਮ ਸੋਲੂਸ਼ਨ ਵਾਲੇ ਐਸੇ ਕਿੱਦਾਂ ਦੇ ਹੋਣੇ ਚਾਹੀਦੇ ਆ। ਰਾਈਟ, ਮੋਸਟ ਇੰਪੋਰਟੈਂਟ ਥਿੰਗ ਇੱਕ ਚੀਜ਼ ਜੇ ਤੁਹਾਨੂੰ ਆ ਗਈ ਤਾਂ ਤੁਹਾਡੀ ਰਾਈਟਿੰਗ ਚੋਂ ਤੁਹਾਨੂੰ ਤੇ ਟੈਨਸ਼ਨ ਖਤਮ ਹੋ ਜਾਏਗੀ ਰਾਈਟਿੰਗ ਦੀ, ਉਹ ਹੈਗੀ ਆ ਪੀਅਰ ਮੈਥਡ। PEER that is ਫਸਟ ਲਾਈਨ ਦੇ ਵਿੱਚ ਆਉਣਾ ਚਾਹੀਦਾ ਤੁਹਾਡਾ ਪੁਆਇੰਟ, ਨੈਕਸਟ ਹੋਣੀ ਚਾਹੀਦੀ ਹੈ ਤੁਹਾਡੀ ਐਕਸਪਲੇਨੇਸ਼ਨ, ਨੈਕਸਟ ਹੋਣਾ ਚਾਹੀਦਾ ਤੁਹਾਡਾ ਐਗਜ਼ਾਮਪਲ ਜਾਂ ਕੋਈ ਐਵੀਡੈਂਸ ਨਾਲ ਲਗਾਤਾ ਤੁਸੀਂ, ਐਂਡ ਲਾਸਟ ਤੇ ਆ ਗਿਆ ਤੁਹਾਡਾ ਰੀਸਟੇਟ ਦਾ ਮਤਲਬ ਹੁੰਦਾ ਕਿ ਤਾਂ ਹੀ ਮੈਂ ਇਹ ਚੀਜ਼ ਕਰਨਾ। ਠੀਕ ਹੈ ਜੀ, ਹੁਣ ਇਹਦੀ ਵੀ ਗਾਰੰਟੀ ਹੈ ਕਿ ਜੇ ਤੁਸੀਂ ਇਹੀ ਵੀ ਇਹਦੇ ਵਿੱਚ ਲਿਖੋਗੇ ਤੁਹਾਡੇ ਫਿਰ ਵੀ ਬੈਂਡ ਆ ਜਾਣਗੇ। ਕਿਉਂ? ਮੰਨ ਕੇ ਚਲੋ ਕਿਸੇ ਨੇ ਪੁਆਇੰਟ ਦੇ ਨਾਲ ਹੀ ਸਟੇਟਮੈਂਟ ਐਡ ਕਰਤੀ ਤੇ ਉਹਨੇ ਦੇ ਦਿੱਤੇ ਇਹਨੂੰ 30 ਵਰਡ, ਸਿਰਫ ਪੁਆਇੰਟ ਦੱਸਣ ਦੇ ਵਿੱਚ ਹੀ ਉਹਨੇ ਕਿੰਨੇ ਵਰਡ ਲਗਾਤੇ 30। ਬੇਸਿਕਲੀ ਆਪਾਂ ਕਿੰਨੇ ਵਰਡ ਦੇਣੇ ਸੀ ਇੱਕ ਪਿਆਰੇ ਨੂੰ 100। ਠੀਕ ਹੈ, ਆਪਾਂ 270 ਲਿਖਦੇ ਆ, ਉਹਦੇ ਵਿੱਚੋਂ ਕੀ ਹੁੰਦੇ ਆ 30 to 40 ਆ ਗਏ ਇੰਟਰੋ ਦੇ, ਪਲੱਸ 100 ਵਰਡ ਚਲੇ ਗਏ BP1 ਦੇ, 100 ਚਲੇ ਗਏ BP2 ਦੇ, ਐਂਡ 30 to 40 ਚਲੇ ਗਏ ਆਪਣੇ ਕੋਲੇ ਕੰਕਲੂਜਨ ਦੇ। ਇਦਾਂ ਆਪਾਂ ਚਾਰ ਪਾਰਟ ਦੇ ਵਿੱਚ ਰਾਈਟਿੰਗ ਡਿਵਾਈਡ ਕਰ ਲਈ। ਹੁਣ ਪ੍ਰੋਬਲਮ ਕੀ ਆ ਜਾਂਦੀ ਆ, ਇਹ ਮੈਥਡ ਫੋਲੋ ਕਰਨ ਤੋਂ ਬਾਅਦ ਚੋਂ ਵੀ 30 ਵਰਡ ਕਿਹਦੇ ਚਲੇ ਗਏ ਪੁਆਇੰਟ ਦੇ। ਮਤਲਬ ਕਿ ਤੁਸੀਂ ਸਿਰਫ ਇਹੀ ਕਹਿਣਾ ਸੀ ਕਿ ਇਹਦਾ ਪਹਿਲਾ ਬੈਨੀਫਿਟ ਹੈਗਾ ਨਾਨ ਵੈਜ ਖਾਣ ਦਾ, ਕਿ ਤੁਹਾਨੂੰ ਤੁਹਾਡੀ ਮਸਲ ਗਰੋਥ ਹੁੰਦੀ ਆ, ਜਾਂ ਕਹਿ ਲਓ ਕਿ ਇਹਦੇ ਚ ਹਾਈ ਅਮਾਉਂਟ ਆਫ ਪ੍ਰੋਟੀਨ ਹੁੰਦਾ ਵਾ, ਨਾਨ ਵੈਜ ਦੇ ਵਿੱਚ ਪ੍ਰੋਟੀਨ ਕਾਫੀ ਹੁੰਦਾ ਵਾ। ਮੰਨ ਲਓ ਕੋਈ ਇਦਾਂ ਛੋਟੀ ਜਿਹੀ ਚੀਜ਼ ਹੋਰ ਲਾ ਲਓ ਕਿ ਫਾਸਟ ਫੂਡ ਖਾਣ ਦਾ ਪਹਿਲਾ ਫਾਇਦਾ ਹੈਗਾ ਇਟ ਸੇਵਸ ਯੂਰ ਟਾਈਮ ਐਂਡ ਮਨੀ। ਲੈਟਸ ਸੇ ਇਟ ਸੇਵਸ ਯੂਰ ਟਾਈਮ, ਤਾਂ ਮੈਂ ਐਸੇ ਕਿਵੇਂ ਕਰਨਾ ਸੀ, ਫਸਟ ਆਫ ਆਲ ਇਟ ਸੇਵਸ ਆਰ ਟਾਈਮ। फर्स्ट ऑफ ऑल तीन वर्ड हो गए, इट 4 सेव्स 5 आवर टाइम 6 7 7 वर्ड ਦੇ ਵਿੱਚ ਮੈਂ ਦੱਸਿਆ ਕਿ ਇਟ ਸੇਵਸ ਆਰ ਟਾਈਮ। ਕਿਸੇ ਨੇ ਉਹਦੇ ਤੇ ਲਿਖ ਦੇਣਾ देयर आर many benefits of eating fast food and the first and foremost benefit of it is that it saves our time। ਉਮਰਾਂ ਹੀ ਬੀਤ ਜਾਣੀ ਹੈ ਜਦੋਂ ਤੱਕ ਉਹ ਪੁਆਇੰਟ ਆਊਗਾ ਵੀ ਹਾਂ ਹੈਗਾ ਕੀ ਸੀਗਾ। ਆਈ ਵਾਸ ਸੇਇੰਗ ਕਿ ਪੁਆਇੰਟ ਹੁਣ ਇਹਨੇ 30 ਵਰਡ ਇੱਥੇ ਕਿਉਂ ਪਾਏ ਆ, ਕਿਉਂਕਿ ਇਹਨਾਂ ਦੀ ਪਤਾ ਪੁਆਇੰਟ ਨੂੰ ਐਕਸਪਲੇਨ ਕਿਵੇਂ ਕਰਨਾ ਵਾ। ਠੀਕ ਹੈ, ਹੁਣ ਫਿਰ ਇਹਦੇ ਵਿੱਚ ਚਲੇ ਗਏ therefore many people are saying that it is the good way to save our time and ਇਹ ਉਹ ਕਰਕੇ। ਠੀਕ ਹੈ, ਹੁਣ ਇਹਦੇ ਚ ਕੀ ਪੈ ਗਿਆ, ਇੱਕ ਵਾਰੀ ਸਟੇਟਮੈਂਟ ਪੈ ਗਈ ਉਰੇ, ਇੱਕ ਵਾਰੀ ਫੇਰ ਨੀਚੇ ਪੈ ਗਈ। ਹੁਣ 60 ਵਰਡ ਤਾਂ ਤੁਸੀਂ ਇਹਨੂੰ ਦਿੱਤੇ, ਹੁਣ ਹਜੇ ਵੀ ਖਤਮ ਨਹੀਂ ਹੋਇਆ, ਹੋਰ ਖਰਾਬ ਕਰਦੇ ਆ। ਇੱਕ ਬਣਾਵਾਂਗੇ ਨਕਲੀ ਐਗਜ਼ਾਮਪਲ, ਜਿਹਨੂੰ ਮੂਹਰੋਂ ਪੜ੍ਹ ਕੇ ਪਤਾ ਲੱਗੀ ਜਾਂਦਾ ਹੋਣਾ ਕਿ ਇਹ ਫੇਕ ਆ। ਜਦੋਂ ਉੱਤੇ ਪਾਵਾਂਗੇ ਨਾ 90% ਪੀਪਲ 99% ਪੀਪਲ ਇਹ ਉਹ ਕੋਈ ਇਦਾਂ ਦਾ ਫੈਕਟ ਪਊਗਾ ਨਾ, ਗੱਲ ਨੂੰ ਨਾ ਕਹਿਣ ਦੇ ਤਰੀਕੇ ਨਾਲ ਹੀ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਗੱਲ ਸਹੀ ਆ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵਾਂ ਕਿ ਅੱਜ ਕੱਲ ਬਹੁਤ ਬੱਚੇ ਸਕੂਲ ਦੇ ਵਿੱਚ ਪਹਿਲਾਂ ਪੜ੍ਹਦੇ ਆ, ਕੰਪੀਟੀਸ਼ਨ ਕਰਕੇ ਉਹਨਾਂ ਤੇ ਸਕੂਲ ਦੀ ਪੜ੍ਹਾਈ ਦਾ ਸਟ੍ਰੈਸ ਆ, ਰਾਈਟ। ਬਾਅਦ ਚੋਂ ਆ ਕੇ ਉਹ ਟਿਊਸ਼ਨ ਤੇ ਚਲੇ ਜਾਂਦੇ ਆ, ਦੇ ਡੋਨਟ ਗੈਟ ਐਨੀ ਟਾਈਮ ਟੂ ਡੂ ਫਿਜ਼ੀਕਲ ਐਕਟੀਵਿਟੀ ਕਰਨ ਦਾ, ਉਹਨਾਂ ਕੋਲੇ ਕੋਈ ਵੀ ਸਮਾਂ ਮਿਲਦਾ ਨਹੀਂ ਹੈ। ਇਹਦੀ ਕਰਕੇ ਜਵਾਕ ਅੱਜ ਕੱਲ ਕਾਫੀ ਓਬੀਜ਼ ਨੇ। ਇਦਾਂ ਹੀ ਹੈ ਨਾ। ਹੁਣ ਇਹਦੀ ਐਗਜ਼ਾਮਪਲ ਮੈਂ ਪੜਾਉਂਦਾ ਹਾਂ, the students who spend most of the time in schools and tuitions they are mostly obese or physically weak। ਇਦਾਂ ਲਗਾ ਲੈਂਦੇ ਆ, ਭਾਈ ਚ ਮੈਂ ਨੰਬਰ ਪਾਵਾਂ ਦੇਖਿਓ ਖਰਾਬ ਹੁੰਦਾ। 90% of the students who spend most of their time in schools and in tuitions they are physically weak and have obesity related problems। 90% ਜਿਹੜੀ ਗੱਲ ਸਹੀ ਆ ਹਨਾ, ਉਹਨੂੰ ਵੈਸੇ ਵੀ ਪਰਸੈਂਟੇਜ ਕੱਢ ਕੇ ਕਹਿ ਦਵਾਂਗੇ ਤਾਂ ਉਹ ਸਹੀ ਹੀ ਰਹੂਗੀ। ਜਿਹੜੀ ਗੱਲ ਫੇਕ ਆ ਨਾ, ਉਹਦੇ ਚ ਪਰਸੈਂਟੇਜ ਪਾਈ ਜਾਓਗੇ, ਜੇ ਕੁਝ ਵੀ ਕਰ ਲਓਗੇ ਉਹ ਚੀਜ਼ ਨਹੀਂ ਗਲੇ ਉਤਰਨੀ। ਜਨਰਲ ਐਗਜ਼ਾਮਪਲ ਹੋਣੀ ਚਾਹੀਦੀ ਆ, ਨਾ ਕਿ ਪਰਸੈਂਟੇਜ ਵਾਲੀ। ਫਿਰ ਕਿਸੇ ਨੇ ਹੋਰ ਕਾਰਡ ਕੱਢਤੀ, ਉਹ ਕਹਿੰਦੇ ਇਦਾਂ ਕਰਾਂਗੇ ਪਰਸੈਂਟੇਜ ਇਦਾਂ ਪਾਵਾਂਗੇ 59.53 ਕਿ ਫ੍ਰੈਕਸ਼ਨ ਦੇ ਵਿੱਚ ਪਾਵਾਂਗੇ। ਹੁਣ ਤੁਸੀਂ ਕਿਹੜਾ ਕੋਈ ਐਨਾਲਿਟਿਕ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਹੋ ਕਿ ਤੁਹਾਨੂੰ ਸਾਰੀਆਂ ਅੰਕੜੇ ਰੱਟੇ ਪਏ ਆ। ਠੀਕ ਹੈ, ਤੁਹਾਡੀ ਗੱਲ ਤੇ ਕਿਸੇ ਨੇ ਯਕੀਨ ਕਰਨਾ ਵਾ, ਤੁਹਾਨੂੰ ਗੱਲ ਕਰਨ ਦਾ ਉਹ ਚੱਜ ਆਉਣਾ ਚਾਹੀਦਾ ਵਾ, ਕਿਵੇਂ ਤੁਸੀਂ ਗੱਲ ਕਰਨੀ ਹੈ। ਪਤਾ ਲੱਗਿਆ ਜੀ? 100% ਵੀ ਪਾ ਦਿਓ ਫਿਰ ਵੀ ਨਹੀਂ ਹੋਣਾ। ਤੁਹਾਨੂੰ ਪਤਾ ਕਈ ਲੋਕ ਕਹੀ ਜਾਂਦੇ ਆ ਮੇਰੀ 110% ਗਾਰੰਟੀ ਆ, ਖਰੀਦ ਲਾ ਖਰਾਬ ਨਹੀਂ ਹੋਣੀ, ਤੁਸੀਂ ਫਿਰ ਵੀ ਨਹੀਂ ਲੈ ਕੇ ਆਉਂਦੇ ਆਪਾਂ। ਕੀ ਕਰੋ ਫਿਰ, ਉੱਥੇ ਪਰਸੈਂਟੇਜ ਪੈ ਗਈ, ਰਾਈਟ। ਚਲੋ ਹੁਣ ਕੀ ਹੋ ਗਿਆ, ਇੱਕ ਇੱਥੇ ਫੇਕ ਦੀ ਐਗਜ਼ਾਮਪਲ ਪਾਈ 20 ਤੋਂ 25 ਵਰਡ ਉਹਨੂੰ ਦਿੱਤੇ, ਰਹਿ ਕੀ ਗਿਆ ਤੁਹਾਡੇ ਕੋਲੇ 10 ਤੋਂ 15।
10 ਤੋਂ 15 वर्ड या मैक्स टू मैक्स 20 वर्ड ਦੀ ਤੁਹਾਡੇ ਕੋਲ ਕੀ ਰਹਿ ਗਈ ਪਿੱਛੇ ਐਕਸਪਲੇਨੇਸ਼ਨ। ਮਤਲਬ ਕਿ ਹਾਂ ਇਦਾਂ ਦਾ ਸਟੂਡੈਂਟ ਕੀ ਕਹੇਗਾ ਕਿ ਤੁਹਾਡਾ ਮੈਥਡ ਹੀ ਫੋਲੋ ਕੀਤਾ ਸੀ ਮੇਰੇ ਫਿਰ ਵੀ ਨਹੀਂ ਬੈਠ ਆਏ। ਹਾਂ ਉੱਪਰੋਂ ਤਾਂ ਕਰ ਲਿਆ। बेसिकली ਕੀ ਚਾਹੀਦਾ ਵਾ ਤੁਸੀਂ ਮੈਕਸ ਟੂ ਮੈਕਸ 10 ਤੋਂ 15 ਵਰਡ ਪਾਓ। ਅੱਛਾ ਮੇਰੇ ਵੀ ਲਿਖੇ ਹੋਏ ਐਸੇ देयर आर मैनी पॉइंट्स मैं ग्रो करता जा रहा हां। ਜਦੋਂ ਕੋਈ ਬੱਚਾ 0 ਤੋਂ ਉੱਠਦਾ ਵਾ ਨਾ ਉਹਦੇ ਲਈ ਇਹੀ ਚੀਜ਼ਾਂ ਸਹੀ ਆ ਕਿ देयर आर मैनी ਉਹਨੂੰ ਪਹਿਲਾਂ ਲਿਖਣਾ ਹੀ ਅੱਜ ਵੀ ਉਹਦੇ ਲਈ ਉਹ ਚੀਜ਼ ਓਕੇ ਆ। ਬਟ ਜਦੋਂ ਬੰਦਾ ਐਵਰੇਜ ਲੈਵਲ ਦੇ ਉੱਤੇ ਆ ਜਾਂਦਾ ਵਾ ਜਾਂ ਥੋੜਾ ਮੋਡਰੇਟ ਹੋ ਜਾਂਦਾ ਵਾ ਫਿਰ ਜਾਂ ਇੱਕ ਫਲਾਇਰ ਤੁਸੀਂ ਉੱਪਰ ਐਡਵਾਂਸ ਲੈਵਲ ਤੁਸੀਂ ਮਿਡਲ ਵਾਲੇ ਗਰੁੱਪ ਦੇ ਵਿੱਚ ਆ ਗਏ ਜਾਂ ਤੁਸੀਂ ਐਗਜ਼ਾਮ ਦੇ ਕਾਫੀ ਨੇੜੇ ਆ ਗਏ ਤੁਹਾਡੇ ਲਈ ਇਹ ਲਾਈਨਾਂ ਨਹੀਂ ਬਣੀਆਂ ਹੋਈਆਂ ਕਿ देयर आर मैनी ਇਹ ਟਾਈਮ ਟਪਾਉਣ ਵਾਲੀਆਂ ਨੇ ਇਹ ਲੈਂਥ ਕੱਢਣ ਵਾਲੀਆਂ ਨੇ। ਜਦੋਂ ਕੁਐਸਚਨ ਹੀ ਨਾ ਹੁੰਦਾ ਫਿਰ ਇਹ ਜਿਹੀ ਚੀਜ਼ਾਂ ਪੈਂਦੀਆਂ ਹੁੰਦੀਆਂ ਕਿ देयर आर मैनी ਥਿੰਗ ਜਾਂ ਇੱਕ ਵਾਰੀ ਸਟੇਟਮੈਂਟ ਲਿਖਤੀ। ਹਾਂਜੀ ਠੀਕ ਹੈ ਜੀ। ਸਭ ਤੋਂ ਮਾੜਾ ਐਸੇ ਕਿਹੜਾ ਹੋਊਗਾ ਪਹਿਲੀ ਲਾਈਨ स्टेटमेंट, दूसरी लाइन रैंडम, तीसरी लाइन ਉਹਦੇ ਨਾਲ ਅਟੈਚ ਕਰਤੀ, ਚੌਥੀ ਲਾਈਨ ਫਿਰ ਰੈਂਡਮ, ਪੰਜਵੀਂ ਲਾਈਨ ਉਹਨਾਂ ਅਟੈਚ ਕਰਤੀ, ਛੇਵੀਂ ਲਾਈਨ ਜੋ ਕੁਝ ਦਿਲ ਚਾਹੁੰਦਾ ਪਿਆ ਹੋ ਸਕਦਾ ਕਿ ਐਗਜ਼ਾਮਪਲ ਪਈ ਹੋਵੇ, ਹੋ ਸਕਦਾ ਫਿਰ ਇੱਕ ਰੈਂਡਮ ਲਾਈਨ ਪਈ ਹੋਵੇ, ਫਿਰ ਸੱਤਵੀਂ ਲਾਈਨ ਦੇ ਵਿੱਚ ਕੀ ਆ ਗਿਆ ਸਮ ਅਪ। ਇਹਨਾਂ ਟਾਈਮ ਬਚਦਾ ਕਿਉਂਕਿ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ, ਇਹਨਾਂ ਟੇਸਟੀ ਹੁੰਦਾ ਕਿਉਂਕਿ ਉਹਨੂੰ ਸ਼ੈਫ ਬਣਾਉਂਦੇ ਆ। ਇਹ ਹੋਰ ਪਤਾ ਨਹੀਂ ਕੀ ਜੋ ਕੁਝ ਦਿਮਾਗ ਚ ਹੁੰਦਾ ਲਿਖੀ ਚੱਲੋ। ਇੱਥੇ ਡਿਸਕਾਊਂਟ ਵੀ ਲੱਗਦੇ ਆ ਕਿਉਂਕਿ ਅੱਜ ਕੱਲ ਡਿਸਕਾਊਂਟ ਬਹੁਤ ਮਿਲਦੇ ਆ। ਇਹ ਸਸਤਾ ਹੁੰਦਾ ਕਿਉਂਕਿ ਸਵੀਗੀ ਤੇ ਡਿਸਕਾਊਂਟ ਬਹੁਤ ਮਿਲਦੇ ਆ। ਕੋਈ ਚੀਜ਼ ਤਾਂ ਹੀ ਨਹੀਂ ਹੈ। ਇਹ ਸਕਿਲਡ ਰਾਈਟਿੰਗ ਨਹੀਂ ਹੈਗੀ। ਇੱਕ ਸਕਿਲਡ ਸਮਝਦੇ ਆ। ਮੇਰਾ ਮੰਨਣਾ ਵਾ ਕਿ ਸਹੀ ਰਾਈਟਿੰਗ ਦੇ ਨਾਲ ਨਾਲ ਬੰਦੇ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਖਰਾਬ ਰਾਈਟਿੰਗ ਕਿਹੜੀ ਹੁੰਦੀ ਆ, ਕਿਹੜੀ ਚੀਜ਼ ਉਹਨਾਂ ਨੂੰ ਇਰੀਟੇਟ ਕਰਦੀ ਆ। ਰਾਈਟ ਚਲੋ ਜੀ ਪੁਆਇੰਟ ਦੇ ਵਿੱਚ ਆਪਾਂ ਆਏ। ਪੁਆਇੰਟ ਦੇ ਦੋ ਤੁਸੀਂ 10 ਤੋਂ 15 ਵਰਡ, एक्सप्लेनेशन दे पाओ तुसी नियरली 50 वर्ड्स, ठीक है 50 to 60। फिर ਇਹਦੇ ਐਗਜ਼ਾਮਪਲ ਦੇ ਪਾਓ ਤੁਸੀਂ, ਜੇ ਤਾਂ ਐਗਜ਼ਾਮਪਲ ਹੋ ਸਕਦੀ ਆ ਤਾਂ ਓਕੇ ਆ, ਨਹੀਂ ਤਾਂ ਤੁਸੀਂ ਇਹਦੇ ਵਿੱਚ 80 ਤੱਕ ਵੀ ਲੈ ਕੇ ਜਾ ਸਕਦੇ ਹੋ। ਐਕਸਪਲੇਨੇਸ਼ਨ ਦੇ ਪਤਾ ਨਹੀਂ ਲੱਗਣਾ ਜਦੋਂ ਤਰੀਕੇ ਨਾਲ ਲਿਖੇ ਹੋਣਗੇ, ਇਦਾਂ ਲੱਗੂਗਾ ਵੀ 80 ਵਰਡ ਆ ਵੀ ਗਏ। ਏਕਮ ਦੀ ਰਾਈਟਿੰਗ ਤੁਸੀਂ ਦੇਖੀ ਹੈ, ਠੀਕ ਹੈ। ਕਿਸੇ ਵੀ ਚੰਗੇ ਬੰਦੇ ਦੀ ਰਾਈਟਿੰਗ ਪੜ੍ਹ ਕੇ ਦੇਖੋਗੇ ਤੁਸੀਂ, ਕਲਾਸ ਦੇ ਵਿੱਚ ਕਈ ਬੱਚੇ ਅੱਛਾ ਲਿਖ ਰਹੇ ਆ। ਅੱਜਕੱਲ ਗੈਰੀ ਦੇ ਬਹੁਤ ਐਸੇ ਅੱਛੇ ਲਿਖੇ ਹੁੰਦੇ ਆ। ਸਿਮਰਨ ਇਜ਼ ਆਲਸੋ ਗੋਇੰਗ ਗੁੱਡ, ਗੁਰਪ੍ਰੀਤ ਇਜ਼ ਆਲਸੋ ਗੋਇੰਗ ਗੁੱਡ, ਰਾਈਟ। ਹਰਸ਼ ਦੇ ਵੀ ਐਸੇ ਅੱਛੇ ਹੁੰਦੇ ਆ। ਤੁਹਾਨੂੰ ਪਤਾ ਹੀ ਲੱਗਣਾ ਕਿ 80 ਵਰਡ ਦੀ ਐਕਸਪਲੇਨੇਸ਼ਨ ਨਿਕਲ ਕਿਵੇਂ ਗਈ। ਇੱਕ ਹੁੰਦਾ ਵੀ ਜਦੋਂ ਵਿੱਚ ਆਪਾਂ ਕੀਰਨੇ ਪਾਉਣ ਲੱਗ ਜਾਂਦੇ ਆ, ਆ ਵੀ ਹੋ ਜਾਂਦਾ, ਉਹ ਵੀ ਹੋ ਜਾਂਦਾ, ਇਹ ਵੀ ਸਬਜ਼ੀਆਂ ਵੇਚਣੀਆਂ, ਫਾਸਟ ਫੂਡ ਨਾਲ ਇਹ ਵੀ ਹੋ ਜਾਂਦਾ, ਉਹ ਵੀ ਹੋ ਜਾਂਦਾ, ਇਹ ਵੀ ਉਹ ਬੰਦਾ ਪੜ੍ਹਦਾ ਅੱਕ ਜਾਂਦਾ, ਠੀਕ ਹੈ ਜੀ। तीसरे दी आ गया एविडेंस। यू कैन आल्सो गो फॉर 20 to 30 वर्ड। देखा जावे इंडायरेक्टली एविडेंस भी ਤਾਂ ਇੱਕ काइंड ऑफ एक्सप्लेनेशन ही आ, ठीक है। एंड लास्ट ਦੇ ਫਿਰ 10 ਤੋਂ 15 वर्ड ਤੁਹਾਡੇ ਪੈਣੇ ਚਾਹੀਦੇ ਆ। ਹਾਂ ਇਹਦਾ ਕੋਈ ਕੰਬੀਨੇਸ਼ਨ ਜਿਹਾ ਬਣਾ ਕੇ आई वांट ਤੁਹਾਡੇ 70% वर्ड ਜਾਣ एक्सप्लेनेशन ਵੱਲ, 70 to 80% वर्ड ਤੁਹਾਡੇ ਜਾਣ ਤਾਂ ਕਿ ਪੁਆਇੰਟ ਦੀ ਕਲੈਰਿਟੀ ਆਵੇ। ਪਤਾ ਲੱਗਿਆ ਜੀ। ਰਾਈਟਿੰਗ ਦੇ ਵਿੱਚ ਬੈਂਡ ਤਾਂ ਇਹ ਚੀਜ਼ ਦਿੱਤੇ ਖੜੇ ਆ। ਹੁਣ ਆਪਾਂ ਅੱਗੇ ਚੱਲਦੇ ਹਾਂ। ਜਦੋਂ 2 ਪੁਆਇੰਟ ਪੈਰਾਗ੍ਰਾਫ ਲਿਖਣਾ ਹੁੰਦਾ that is very easy। ਉਹਦੇ ਚ ਕੀ ਕਰਦੇ ਹੁੰਦੇ ਆਪਾਂ, ਪੁਆਇੰਟ ਦਿੱਤਾ, ਫਿਰ ਉਹਦੀ ਐਕਸਪਲੇਨੇਸ਼ਨ ਦਿੱਤੀ, ਫਿਰ ਸੈਕਿੰਡ ਪੁਆਇੰਟ ਦਿੱਤਾ, ਫਿਰ ਉਹਦਾ ਐਵੀਡੈਂਸ ਲਗਾਤਾ। ਤੁਹਾਡੇ ਹੱਥ ਦੇ ਵਿੱਚ ਤੁਸੀਂ ਜਿਵੇਂ ਮਰਜ਼ੀ ਕੱਢੀ ਚੱਲੋ। ਇਹ ਚ ਤਾਂ ਕੋਈ ਐਡੀ ਔਖੀ ਚੀਜ਼ ਨਹੀਂ ਹੈਗੀ ਕਿਉਂਕਿ ਤੁਸੀਂ 50 ਵਰਡਸ ਹੀ ਇਹਨੂੰ ਦੇਣੇ ਆ, 50 ਕੀ ਤੁਸੀਂ ਇਹਨੂੰ ਦੇਣੇ ਆ। ਮੈਂ ਗਿਣਨ ਲਈ ਨਹੀਂ ਕਹਿ ਰਿਹਾ, ਅਰਾਊਂਡ 50 55 56 ਚੱਲਣਗੇ ਅਪਰੋਕਸੀਮੇਟਲੀ ਕਹਿ ਰਿਹਾ ਵਾ। ਉੱਥੇ ਲਾਈਨਾਂ ਕਹਿ ਲਿਓ। ਆਪਾਂ ਇੱਕ ਪੈਕੇਟ ਆਪਾਂ ਤੁਹਾਡੀ A4 ਦੇ ਉੱਤੇ 15 ਲਾਈਨਾਂ ਲਿਖਦੇ ਹੁੰਦੇ ਆ, ਠੀਕ ਹੈ। ਮਤਲਬ 7 ਲਾਈਨਾਂ ਉਹਦੀਆਂ ਹੋ ਗਈਆਂ, 7 to 8 ਉਹਦੀਆਂ ਹੋ ਗਈਆਂ। ਆਰ ਯੂ ਗੈਟਿੰਗ ਮਾਈ ਪੁਆਇੰਟ? ਮੇਬੀ ਤੁਹਾਨੂੰ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇ ਅੱਜ। ਚਲੋ ਓਕੇ। The main thing why I basic limit ਹੈਗੀ ਸੀਗੀ 250 ਦੀ, ਆਪਾਂ 270 ਲੈ ਕੇ ਆਵਾਂਗੇ ਸੋ ਦੈਟ ਆਪਣੇ ਤੇ ਪੈਨਲਟੀ ਨਾ ਪਵੇ। 240 ਤੋਂ ਨੀਚੇ ਮੈਂ ਸੁਣਿਆ ਜੇ 240 ਤੋਂ ਨੀਚੇ ਲਿਖਦੇ ਆ ਦੇ ਡਿਡਕਟ ਹਾਫ ਬੈਂਡ, ਸੋ ਉਹ ਚੀਜ਼ ਹਾਫ ਬੈਂਡ ਆਪਣੇ ਲਈ ਬਹੁਤ ਜ਼ਿਆਦਾ ਮੈਟਰ ਕਰਦਾ। ਓਕੇ ਜੀ, ਸਭ ਤੋਂ ਪਹਿਲਾ ਕੈਟੇਗਰੀ ਆਪਾਂ ਲੈ ਲੈਂਦੇ ਆ that is advantages and disadvantages। advantages and disadvantages ਵਾਲੇ ਪੈਰਾਗ੍ਰਾਫ ਲਿਖਣੇ ਸੌਖੇ ਆ ਕਿਉਂਕਿ ਇੱਕ ਪੈਰੇ ਵਿੱਚ ਆਪਾਂ 2 ਪੁਆਇੰਟ ਦੇਣੇ ਆ। ਦੂਸਰਾ ਲੈ ਲੈਂਦੇ ਆ ਆਪਾਂ reasons and solutions, ਠੀਕ ਹੈ। ਜਾਂ ਹੋ ਸਕਦਾ reasons ਕੀ ਹੈ ਇਹਦੇ ਦੋ, solution ਕੀ ਆ, ਜਾਂ ਉਹ ਕਹਿ ਸਕਦੇ ਆ problems ਕੀ ਆ ਕਿ ਇਹਦੀਆਂ problems ਕੀ ਆ ਤੇ ਇਹਦੇ solution ਕੀ ਆ। ਤਿੰਨਾਂ ਵਿੱਚੋਂ ਦੋ ਚੀਜ਼ਾਂ ਦੀ ਡਿਮਾਂਡ ਕਰਨਗੇ। ਫਿਰ ਇਹ ਪੈਰਾਗ੍ਰਾਫ ਲਿਖਣਾ ਸੌਖਾ ਵਾ। why?
ਵੀ cosec ਪੁਆਇੰਟ ਨੇ ਤੁਹਾਨੂੰ 10-15 ਵਰਡ ਦੇ ਤੇ ਨਾਲ 30 ਵਰਡਾਂ ਦੀ ਤੁਹਾਡੀ ਐਕਸਪਲੇਨੇਸ਼ਨ ਤੋਂ ਤੁਹਾਡਾ ਅੱਛਾ ਪੈਰਾਗ੍ਰਾਫ ਬਣ ਜਾਣਾ। ਮੈਂ ਕਿ 50-50 ਅੱਛਾ ਹੋ ਜਾਣਾ। These kind of paragraphs are easy to write, ਜਿਹਦੀ ਸਕਿੱਲ ਹਲਕੀ ਜਿਹੀ ਲਾਈਟ ਹੋਵੇ ਨਾ ਉਹ ਵੀ ਬੰਦਾ ਇਹਨੂੰ ਲਿਖ ਸਕਦਾ। ਠੀਕ ਹੈ। ਤੀਸਰੇ ਨੰਬਰ ਤੇ ਪੈਰਾਗ੍ਰਾਫ ਇਦਾਂ ਦੇ ਆ ਜਾਂਦੇ ਆ ਜਿਹੜੇ ਜਮੇ ਡਿਫਰੈਂਟ ਆ, ਜਿਹੜੇ ਬਹੁਤ ਜ਼ਿਆਦਾ ਲੋਕ ਗਲਤ ਪੜ੍ਹਾ ਰਹੇ ਆ, ਉਹ ਹੈਗੇ ਆ ਆਊਟਵੇ। ਉਹ ਕਹਿੰਦੇ ਐਡਵਾਂਟੇजेस ਆਊਟਵੇ ਡਿਸਐਡਵਾਂਟੇजेस। ਕੀ ਕਹਿੰਦੇ ਐਡਵਾਂਟੇजेस ਜ਼ਿਆਦਾ ਵਾ ਇਹਦੇ ਜਾਂ ਇਹਦੇ ਡਿਸਐਡਵਾਂਟੇजेस ਜ਼ਿਆਦਾ? ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਆ। ਲੋਕ ਇੱਥੇ ਕੀ ਤੁਸੀਂ ਵੀ ਜਿਹੜੇ ਬਾਹਰੋਂ ਪੜ੍ਹ ਕੇ ਆਏ ਹੋ ਤੁਸੀਂ ਐਡਵਾਂਟੇਜ ਡਿਸਐਡਵਾਂਟੇਜ ਕਿਵੇਂ ਲਿਖਦੇ ਹੋਗੇ? BP1 ਦੋ ਫਾਇਦੇ, BP2 ਦੋ ਨੁਕਸਾਨ, ਐਂਡ ਤੇ ਤੁਸੀਂ ਕਹਿ ਦੋਗੇ ਕੰਕਲੂਜਨ ਦੇ ਵਿੱਚ ਜੀ ਇਹਦੇ ਫਾਇਦੇ ਆ ਜਿਹੜੇ ਉਹ ਜ਼ਿਆਦਾ ਵਾ। ਕਿਵੇਂ ਜ਼ਿਆਦਾ ਵਾ? ਐਕਸਪਲੇਨੇਸ਼ਨ ਸਪੋਰਟ ਕਰਦੀ ਹੈ ਤੁਹਾਡੀ ਗੱਲ ਨੂੰ? ਮੈਂ ਮੰਨ ਲਓ ਅਰਸ਼ ਦੇ ਵਿੱਚ ਇੱਕ ਕਮੀ ਕੱਢ ਦਵਾਂ, ਇੱਕ ਮੈਂ ਉਹਦਾ ਫਾਇਦਾ ਦੱਸ ਦਵਾਂ, ਫਿਰ ਮੈਂ ਕੋਈ ਇਹਦਾ ਫਾਇਦੇ ਜ਼ਿਆਦਾ ਇਹਦੇ। ਮੈਂ ਇਹਦੇ ਦੋ ਫਾਇਦੇ ਦੱਸ ਦਵਾਂ, ਦੋ ਕਮੀਆਂ ਦੱਸਦਾ, ਫਿਰ ਮੈਂ ਕਹਾਂ ਇਹਦੇ ਫਾਇਦੇ। ਤਿੰਨ ਫਾਇਦੇ ਦੱਸ ਦਵਾਂ, ਤਿੰਨ ਕਮੀਆਂ ਦੱਸ ਦਵਾਂ, ਫਿਰ ਮੈਨੂੰ ਉੱਪਰ ਨੀਚੇ ਕਰਨਾ ਪੈਣਾ, ਇੱਕ ਚੀਜ਼ ਕਰਨਾ ਪੈਣਾ ਕਿ ਨਹੀਂ? ਸੋ ਇਹ ਇੱਕ ਡਿਫਰੈਂਟ ਆ। ਇਹਦੇ ਵਿੱਚ ਕੀ ਆਏਗਾ? BP1 ਦੇ ਵਿੱਚ ਕੀ ਆਏਗਾ? ਇੱਕ ਫਾਇਦਾ, BP2 ਦੇ ਵਿੱਚ ਫਿਰ ਇੱਕ ਫਾਇਦਾ, BP2 3 ਚ ਲਿਆ ਗਿਆ ਇੱਕ ਨੁਕਸਾਨ। ਜਾਂ ਚੇਂਜ ਹੋ ਸਕਦਾ ਕਿ ਇੱਕ ਨੁਕਸਾਨ, ਦੂਸਰਾ ਨੁਕਸਾਨ ਐਂਡ ਇੱਕ ਫਾਇਦਾ। ਇਸ ਕੇਸ ਦੇ ਵਿੱਚ ਮੈਂ ਕੀ ਕਹੂੰਗਾ ਕਿ ਜਿਹੜੇ ਡਿਸਐਡਵਾਂਟੇਜ ਆ ਉਹ ਟੌਪ ਕਰਦੇ ਪਏ ਆ। ਠੀਕ ਹੈ। ਉੱਪਰ ਵਾਲੇ ਵਿੱਚ ਪੋਜ਼ਿਟਿਵਸ ਜ਼ਿਆਦਾ ਨੇ। ਕਲੀਅਰ ਹੋਇਆ? ਹਾਂ। BP1 70, BP2 70, BP3 70 ਐਂਡ ਇਹਨਾਂ ਵਿੱਚ ਉੱਪਰ ਜਿਹੜੇ ਬਣਾਈ ਸੀ ਉਹਦੇ ਵਿੱਚ ਇਦਾਂ ਦਾ ਕੋਈ ਸੀਨ ਹੈ ਨਹੀਂਗਾ। ਪਤਾ ਲੱਗਿਆ ਜੀ? ਆਇਲਸ ਦੇ ਹਰ ਇੱਕ ਤਰ੍ਹਾਂ ਦੇ ਐਸੇ ਵੱਖਰੇ, ਆਊਟਵੇ ਵਾਲੇ ਵੱਖਰੇ। ਹੁਣ ਕੀ ਹੋਊਗਾ? ਮੈਂ ਦੋ ਪੈਰੇ ਮੈਂ 150 ਵਰਡ ਕਿਹਦੇ ਦਿੱਤੇ ਆ? ਪੋਜ਼ਿਟਿਵਸ ਦੇ। ਹੁਣ ਮੈਂ ਕਹਿਣ ਜੋਗਾ ਹੈਗਾ ਵਾ ਕਿ ਇਹਦੇ ਪੋਜ਼ਿਟਿਵਸ ਜ਼ਿਆਦਾ ਵਾ। ਹਾਂਜੀ। ਪਤਾ ਲੱਗਿਆ ਜੀ? ਤੁਹਾਨੂੰ ਹਲਕਾ ਜਿਹਾ ਉੱਚ ਫਲਕਚੁਏਸ਼ਨ ਲੈ ਕੇ ਆਉਣੀ ਪੈਣੀ ਹੈ, ਅਪਸ ਐਂਡ ਡਾਊਨਸ ਕਰਨੇ ਪੈਣੇ ਆ, ਦੈਨ ਓਨਲੀ ਯੂ ਕੈਨ ਸੇ। ਲੋਕ ਕੀ ਕਰਦੇ ਆ? ਉਹਦੇ ਚਾਰ ਫਾਇਦੇ ਗਣਾ ਦਿੰਦੇ ਆ, ਚਾਰ ਉਹਦੇ ਨੁਕਸਾਨ ਗਣਾ ਦਿੰਦੇ ਆ, ਫਿਰ ਕਹਿੰਦੇ ਮੇਰੇ ਹਿਸਾਬ ਨਾਲ ਇਹਦੇ ਫਾਇਦੇ ਜ਼ਿਆਦਾ ਵਾ, ਇੱਕ ਫਾਇਦਾ ਥੱਲੇ ਲੈ ਕੇ ਦਿੰਦੇ ਆ। ਉਹ ਕੋਈ ਸਕਿਲਡ ਰਾਈਟਿੰਗ ਨਹੀਂ ਹੈਗੀ। ਚਲੋ ਜੀ, ਇਹ ਤਾਂ ਸੀ ਜਿਹੜੇ ਸੌਖੇ ਐਸੇ ਸੀਗੇ। ਗੇਮ ਸਟਾਰਟ ਹੁੰਦੀ ਆ ਅਗਰੀ ਐਂਡ ਡਿਸਐਗਰੀ ਤੋਂ। ਜਦੋਂ ਤੁਸੀਂ ਐਗਰੀ ਔਰ ਡਿਸਐਗਰੀ ਵਾਲੇ ਐਸੇ ਦੇ ਵਿੱਚ ਤੁਸੀਂ ਅਗਰੀ ਹੋ ਗਏ ਜਾਂ ਤੁਸੀਂ ਡਿਸਐਗਰੀ ਹੋ ਗਏ, ਤੁਸੀਂ ਇੱਕ ਜ਼ਿੰਮੇਵਾਰੀ ਚੱਕ ਲਈ। ਠੀਕ ਹੈ। ਫੋਰ ਐਗਜ਼ਾਮਪਲ ਆਪਾਂ ਲੈਂਦੇ ਆ ਕਿ ਫ੍ਰੀ ਟਾਈਮ ਦੇ ਵਿੱਚ ਸਟੱਡੀ ਕਰਨੀ ਚਾਹੀਦੀ ਆ, ਕੁਝ ਲੋਕ ਕਹਿੰਦੇ ਆ, ਤੇ ਨਾਟ ਫਿਜ਼ੀਕਲ ਐਕਟੀਵਿਟੀਜ਼। ਕਹਿੰਦੇ ਫਿਜ਼ੀਕਲ ਐਕਟੀਵਿਟੀਜ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਫ੍ਰੀ ਟਾਈਮ ਦੇ ਵਿੱਚ ਸਟੱਡੀ ਕਰਨੀ ਚਾਹੀਦੀ ਆ। ਜੇ ਮੈਂ ਇਹਦੇ ਡਿਸਐਗਰੀ ਹੋ ਗਿਆ ਨਾ, ਮੈਂ ਐਂਡ ਤੱਕ ਕੀ ਪ੍ਰੂਫ ਕਰਨਾ ਵਾ? ਸਟੱਡੀ ਨਹੀਂ ਕਰਨੀ। ਮੇਰਾ ਪਰਸਨਲ ਓਪੀਨੀਅਨ ਇਹ ਹੈ ਵੀ ਮੇਰਾ ਐਸੇ ਇੰਨਾ ਕੁ ਸੋਹਣਾ ਲਿਖਿਆ ਹੋਵੇ ਨਾ ਵੀ ਜਿਹੜਾ ਸਾਹਮਣੇ ਪੜ੍ਹਦਾ ਹੋਵੇ ਨਾ, ਜੇ ਉਹਦਾ ਜਵਾਬ ਫ੍ਰੀ ਟਾਈਮ 'ਚ ਸਟੱਡੀ ਕਰਦਾ ਨਾ, ਉਹ ਕਹੇ ਅੱਜ ਤੋਂ ਪੜ੍ਹਦਾ ਨਹੀਂ ਹੈਗਾ, ਖੇਡਿਆ ਕਰ ਫ੍ਰੀ ਟਾਈਮ 'ਚ। ਜਿਹੜਾ ਚੱਜਦਾ ਐਸੇ ਹੋਊਗਾ। ਜੇ ਉਦਾਂ ਹੀ ਪਈ ਜਾਣਾ ਵੀ ਆ ਵੀ ਹੋ ਜਾਂਦਾ, ਉਹ ਵੀ ਹੋ ਜਾਂਦਾ, ਸਬਜ਼ੀਆਂ ਵੇਚੀ ਜਾਣੀਆਂ, ਫਿਰ ਤਾਂ ਜੋ ਮਰਜ਼ੀ ਕਰੀ ਚੱਲੋ। ਸਕਿਲਡ ਰਾਈਟਿੰਗ, ਹਾਂ, ਲੌਜੀਕਲੀ ਉਹਦੇ ਬੈਨੀਫਿਟਸ ਦੱਸਣੇ। ਠੀਕ ਹੈ। ਫਸਟ ਆਫ ਆਲ ਤਾਂ ਉਹ ਫਿਜ਼ੀਕਲੀ ਗਰੋ ਹੋਏਗਾ, ਸੈਕੰਡਲੀ ਉਹਦਾ ਮਾਈਂਡ ਵੀ ਸ਼ਾਰਪ ਹੋਏਗਾ। ਉਹਨੂੰ ਬ੍ਰੇਕ ਚਾਹੀਦੀ ਹੈ ਨਾ। ਤੇ 24 ਘੰਟੇ ਪੜ੍ਹਾਈ ਜਾਵਾਂ ਕਿ ਮੈਂ ਵਧੀਆ ਪੜ੍ਹਾ ਸਕੂੰਗਾ? ਤੁਸੀਂ 24 ਘੰਟੇ ਪੜ੍ਹੀ ਚੱਲੋ ਕਿ ਤੁਸੀਂ ਵਧੀਆ ਪੜ੍ਹ ਸਕੋਗੇ? ਯੂ ਨੀਡ ਹੈ ਤੁਹਾਨੂੰ ਬ੍ਰੇਕ ਦੀ ਜ਼ਰੂਰਤ ਹੈ ਆਪਣੀ ਐਫੀਸ਼ੀਐਂਸੀ ਵਧਾਉਣ ਦੇ ਲਈ। ਸੋ ਜਦੋਂ ਮੈਂ ਇੱਥੇ ਚੱਕ ਲਿਆ ਨਾ ਕਿ ਮੈਂ ਫਿਜ਼ੀਕਲ ਐਕਟੀਵਿਟੀ ਨੂੰ ਸਪੋਰਟ ਕਰਨ ਲੱਗ ਗਿਆ ਤੇ ਸਟੱਡੀ ਦੇ ਮੈਂ ਅਗੇਂਸਟ ਚਲਾ ਗਿਆ, ਤਾਂ ਮੈਂ ਇੱਕ ਜ਼ਿੰਮੇਵਾਰੀ ਚੱਕ ਲਈ। ਲੋਕ ਉਹਨੂੰ ਨਹੀਂ ਫੋਲੋ ਕਰਦੇ। ਇਹਦਾ ਮਤਲਬ ਜਦੋਂ ਮੇਰਾ BP1 ਖਤਮ ਹੋਵੇ ਉੱਥੋਂ ਤੱਕ ਇੱਕ ਪੁਆਇੰਟ ਪੂਰਾ ਟਿਕਾ ਕੇ ਹੋਣਾ ਚਾਹੀਦਾ ਵੀ ਜੇ ਉਹ ਬੰਦੇ ਨੇ ਫਿਜ਼ੀਕਲੀ ਗਰੋ ਕਰਨਾ ਤਾਂ ਇਦਾਂ ਹੀ ਆ, ਵੀ ਨਹੀਂ ਤਾਂ ਉਹ ਮਾੜਾ ਹੋ ਜਾਊਗਾ। ਪਹਿਲੇ ਪੈਰੇ ਦੇ ਐਂਡ ਤੇ ਅਗਲੇ ਦੇ ਦਿਮਾਗ 'ਚ ਇਹ ਥਾਟ ਜਾਵੇ। ਜਦੋਂ ਮੈਂ BP2 ਲਿਖਿਆ ਵਾ, ਇੱਥੇ ਐਂਡ ਤੱਕ ਅਗਲਾ ਕਹੇ ਵੀ ਲੈ ਮੇਰੇ ਜਵਾਬ ਦਾ ਦਿਮਾਗ ਖਰਾਬ ਹੋ ਜਾਊ ਜੇ ਜ਼ਿਆਦਾ ਪੜ੍ਹੀ ਗਿਆ ਤਾਂ। ਹਾਂ, ਇਹਨੂੰ ਹਰ ਕੋਈ ਨਹੀਂ ਲਿਖ ਸਕਦਾ। ਇਦਾਂ ਹੀ ਆ ਨਾ। ਤੁਸੀਂ ਐਸੇ ਲਿਖਿਆ ਹੀ ਆ ਤੇ ਅਗਲੇ ਤੇ ਫਰਕ ਹੀ ਨਹੀਂ ਪਿਆ, ਫਿਰ ਤੁਹਾਡੇ ਲਿਖਣ ਦਾ ਫਾਇਦਾ ਕੀ ਆ? ਮੈਂ ਉਹ ਥੋੜੀ ਆ ਵੀ ਰੱਟੇ ਵਰਵਾ ਕੇ ਤੁਹਾਨੂੰ ਕਹੀ ਜਾਊਂਗਾ ਵੀ ਉਹੀ ਚੀਜ਼ਾਂ ਦੁਬਾਰਾ ਲਿਖ ਕੇ ਚੱਲੋਗੇ। ਸਾਰਾ ਜਿਹਨੇ ਮੇਰੇ ਹਿਸਾਬ ਨਾਲ ਲਿਖਿਆ ਸੀ ਉਹ ਠੀਕ ਆ, ਜਿਹਨੇ ਮੇਰੇ ਅਗੇਂਸਟ ਜਾ ਕੇ ਲਿਖਤਾ ਤਾਂ ਅਮਨਦੀਪ, ਆਰ ਯੂ ਗੈਟਿੰਗ ਮਾਈ ਪੁਆਇੰਟਸ? ਐਗਰੀ ਡਿਸਐਗਰੀ ਇਦਾਂ ਹੀ ਨਹੀਂ ਹੈਗਾ। ਐਂਡ ਦੂਸਰੇ ਨੰਬਰ ਤੇ ਇੱਕ ਆਪਾਂ ਸਭ ਤੋਂ ਵੱਡੀ ਮਿਸਟੇਕ ਕਰਦੇ ਆ, ਆਪਣੇ ਕੋਲ ਐਸੇ ਆਉਂਦੇ ਆ ਕਿ ਮੰਨ ਲਓ ਕੋਈ ਬੰਦਾ ਵੈਜੀਟੇਰੀਅਨ ਆ, ਇੱਕ ਆ ਗਿਆ ਨਾਨ ਵੈਜ ਦਾ
ਤੇ ਉਹਦੇ ਸਾਈਡ ਨਾਨ ਵੈਜ ਵਰਸਸ ਵੈਜ ਫੂਡ। ਕੋਈ ਕਹੂਗਾ ਕਿ ਲੋਕਾਂ ਨੂੰ ਨਾਨ ਵੈਜ ਫੂਡ ਖਾਣਾ ਚਾਹੀਦਾ ਕਿ ਵੈਜ ਫੂਡ। ਅਕੋਰਡਿੰਗ ਟੂ ਸਮ ਪੀਪਲ ਸਾਰੀ ਦੁਨੀਆ ਨੂੰ ਵੈਜੀਟੇਰੀਅਨ ਹੀ ਫੂਡ ਖਾਣਾ ਚਾਹੀਦਾ ਵਾ। ਮੰਨ ਲਓ ਕਿ ਮੇਰਾ ਕੋਈ ਉਦਾਂ ਦਾ ਮੈਂ ਕੋਈ ਕੀਤਾ ਹੋਇਆ ਵਾ ਆਪਣਾ, ਹਨਾ, ਜਿਵੇਂ ਆਪਾਂ ਕਹਿ ਦਿੰਦੇ ਆ ਕਿ ਮੈਂ ਕੋਈ ਅੰਮ੍ਰਿਤ ਛਕਿਆ ਹੋਇਆ ਜਾਂ ਮੈਂ ਨਾਮ ਸ਼ਬਦ ਲਿਆ ਹੋਇਆ, ਠੀਕ ਹੈ, ਤੇ ਮੇਰੇ ਹਿਸਾਬ ਨਾਲ ਵੀ ਜਿਹੜੇ ਲੋਕ ਨਾਨ ਵੈਜ ਖਾਂਦੇ ਆ ਉਹ ਤਾਂ ਪਾਪ ਕਰਦੇ ਆ। ਮੈਂ ਹੋ ਗਿਆ ਅਗਰੀ ਕਿ ਸਾਰੀ ਦੁਨੀਆ ਵੈਜ ਫੂਡ ਹੀ ਖਾਵੇ, ਠੀਕ ਹੈ। ਹੋ ਸਕਦਾ ਤੁਹਾਡੇ ਕੋਲ ਇਹਦਾ ਦੂਸਰਾ ਬੈਨੀਫਿਟ ਨਿਕਲੇ, ਹੋ ਸਕਦਾ ਤੁਹਾਡੇ ਕੋਲ ਉਹਦਾ ਦੂਸਰਾ ਬੈਨੀਫਿਟ ਹੀ ਨਾ ਨਿਕਲੇ। ਸ਼ਾਇਦ ਜੇ ਆਪਾਂ ਕਹਿ ਦਈਏ ਨਾਨ ਵੈਜ ਹੀ ਖਾਣ ਲੱਗ ਜਾਣ, ਫਿਰ ਵੀ ਹੋ ਸਕਦਾ ਆਪਣੇ ਕੋਲੇ ਦੂਸਰਾ ਉਹਦਾ ਬੈਨੀਫਿਟ ਨਾ ਨਿਕਲੇ, ਠੀਕ ਹੈ। ਸਹੀ ਐਸੇ ਕੀ ਰਹੇਗਾ ਕਿ ਹਾਂ ਕੁਝ ਥਾਵਾਂ ਦੇ ਉੱਤੇ ਫਾਰਮਿੰਗ ਅਵੇਲੇਬਲ ਨਹੀਂ ਹੈਗੀ, ਪੋਸੀਬਲ ਨਹੀਂ ਹੈਗੀ ਕਈ ਥਾਵਾਂ ਦੇ ਉੱਤੇ ਫਾਰਮਿੰਗ, ਉੱਥੇ ਬੰਦੇ ਨੂੰ ਨਾਨ ਵੈਜ ਫੂਡ ਹੀ ਖਾਣਾ ਉੱਥੇ ਮਸਟ। ਜੇ ਤੁਸੀਂ ਕੈਨੇਡਾ ਵਰਗੀ ਕੰਟਰੀ ਗ੍ਰੀਨਲੈਂਡ ਦੇ ਵਿੱਚ ਜਾਓਗੇ ਤੁਸੀਂ, ਉੱਥੇ ਤੁਸੀਂ ਕਣਕ ਵਾਲੀਆਂ ਰੋਟੀਆਂ ਥੋੜੀ ਖਾਓਗੇ। ਯੂ ਨੀਡ ਫਿਸ਼ ਜਿਹਦੇ ਵਿੱਚ ਬਹੁਤ ਜ਼ਿਆਦਾ ਹੀਟ ਆ, ਯੂ ਨੀਡ ਨਾਨ ਵੈਜ ਫੂਡ ਜਿਹਦੇ ਵਿੱਚ ਹੀਟ ਆ ਕਾਫੀ ਜ਼ਿਆਦਾ। ਤੁਸੀਂ ਉੱਥੇ ਸਰਵਾਈਵ ਤਾਂ ਹੀ ਕਰ ਸਕਦੇ ਹੋ, ਆਲਦੋ ਕਿ ਕੋਈ ਐਕਸੈਪਸ਼ਨਸ ਵੀ ਹੋਣਗੀਆਂ, ਠੀਕ ਹੈ। ਇਦਾਂ ਦਾ ਗਰਮ ਏਰੀਆ ਦੇ ਵਿੱਚ ਵੀ ਬਹੁਤ ਬੰਦੇ ਨਾਨ ਵੈਜ ਖਾਈ ਜਾਂਦੇ ਹੋਣਗੇ, ਠੀਕ ਹੈ ਜੀ। ਸੋ ਆਪਣਾ ਐਸੇ ਕਿਵੇਂ ਨਿਕਲਦਾ, ਮੈਂ ਕੀ ਕਹਿਣਾ ਤੇ ਲੋਕ ਗਲਤੀ ਕੀ ਕਰਦੇ ਆ, ਲੋਕ ਭਾਵਨਾਵਾਂ ਜਾ ਕੇ ਐਗਰੀ ਡਿਸਐਗਰੀ ਹੋ ਜਾਂਦੇ ਆ। ਜਦੋਂ ਮੈਂ ਇੱਕ ਵਾਰੀ ਮਨ ਚ ਸੋਚ ਹੀ ਲਿਆ ਨਾ ਕਿ ਮੈਂ ਡਿਸਐਗਰੀ ਹੋਣਾ ਵਾ, ਫਿਰ ਮੈਂ ਇੱਕੋ ਹੀ ਉਹਦੇ ਵਿੱਚ ਸੋਚੀ ਜਾਣਾ, ਇੱਕੋ ਹੀ ਦੇ ਵਿੱਚ। ਇਹਦੇ ਨਾਲ ਵਧੀਆ ਕੀ ਸੀ, ਮੈਂ ਐਗਰੀ ਦੇ ਚੰਗੇ ਪੁਆਇੰਟਾਂ ਨੂੰ ਸੋਚਣਾ ਹੀ ਨਹੀਂ ਹੈ, ਠੀਕ ਹੈ। ਪਰਸਨਲੀ ਮੈਨੂੰ ਫ੍ਰੀ ਟਾਈਮ ਦੇ ਵਿੱਚ ਮੰਨ ਲਓ ਜਿਮਿੰਗ ਕਰਨੀ ਵਧੀਆ ਲੱਗਦੀ ਹੈ, ਮੈਨੂੰ ਐਕਸਰਸਾਈਜ਼ ਕਰਨੀ ਵਧੀਆ ਲੱਗਦੀ ਹੈ। ਹੋ ਸਕਦਾ ਉਹਦੇ ਵਿੱਚ ਸੌਣ ਦੇ ਜ਼ਿਆਦਾ ਫਾਇਦੇ ਹੋਣ, ਪਰ ਮੇਰੇ ਦਿਲ ਤੇ ਕੀ ਪੈ ਗਿਆ, ਕਿਉਂਕਿ ਮੈਨੂੰ ਜਿਮਿੰਗ ਵਧੀਆ ਲੱਗਦੀ ਹੈ, ਮੈਂ ਤਾਂ ਜਿਮਿੰਗ ਦੇ ਹੀ ਫਾਇਦੇ ਲਿਖਣੇ ਆ। ਕੋਈ ਉੱਤੇ ਹੱਥ ਤੇ ਥੋੜੀ ਲਿਖਿਆ ਹੋਇਆ ਵਾ, ਠੀਕ ਹੈ। ਸਮਝੇ ਮੇਰੀ ਗੱਲ। ਆਪਣੇ ਸਾਰਿਆਂ ਦੇ ਨਾ ਮਾਈਂਡ ਦੇ ਵਿੱਚ ਕੋਈ ਸਾਈਕੋਲੋਜੀਸ, ਆਪਣੇ ਕੁਝ ਬਲੀਫਸ ਨੇ, ਆਪਾਂ ਸਟੇਟਮੈਂਟ ਪੜ੍ਹਦੇ ਆ, ਵੀ ਗੋ ਵਿਦ ਆਰ ਬਲੀਫਸ, ਛੱਡੋ ਪਰੇ ਉਹਨਾਂ ਨੂੰ। ਕੋਈ ਚੀਜ਼ ਮੈਨੂੰ ਨਹੀਂ ਵੀ ਚੰਗੀ ਲੱਗਦੀ ਨਾ, ਹੋ ਸਕਦਾ ਉਹਦੇ ਬੈਨੀਫਿਟਸ ਬਹੁਤ ਹੋਣ, ਕੋਈ ਬੰਦਾ ਤੁਹਾਨੂੰ ਚੰਗਾ ਨਹੀਂ ਲੱਗਦਾ ਉਹਦੇ ਚ ਪੋਜ਼ਿਟਿਵ ਗੱਲਾਂ ਹੀ ਬਹੁਤ ਹੋਣ। ਸਮਝੇ ਮੇਰੀ ਗੱਲ, ਇਹਦੇ ਤੇ ਮੈਂ ਕੀ ਕਹਿ ਰਿਹਾ ਹਾਂ ਵੀ ਆਪਾਂ ਨੂੰ ਇੱਕ ਚੀਜ਼ ਵੱਲ ਹੀ ਨਹੀਂ ਜਾਣਾ ਚਾਹੀਦਾ, ਵੀ ਜੇ ਦੂਸਰੇ ਦੇ ਜ਼ਿਆਦਾ ਪੁਆਇੰਟ ਆ ਵੀ ਆਪਾਂ ਹਾਂ ਐਗਰੀ ਡਿਸਐਗਰੀ ਫਸਟ ਤੇ ਹੋਣਾ ਵਾ। ਜਾਂ ਇਹ ਸਭ ਤੋਂ ਪਹਿਲੀ ਚੀਜ਼ ਕੀ ਆ, ਫਸਟ ਆਪਣਾ ਸਟੈਪ ਕੀ ਹੈ, ਫਾਈਂਡ ਪੁਆਇੰਟਸ ਆਫ ਬੋਥ ਦੀ ਸਾਈਡਸ। ਪਹਿਲਾਂ ਦੋਨੇ ਸਾਈਡਸ ਦੇ ਪੁਆਇੰਟ ਦੇਖੋ, ਜਿਹਦੇ ਪੁਆਇੰਟ ਚੰਗੇ ਜਾਂਦੇ ਪਏ ਆ, ਜਿਹਦੇ ਪੁਆਇੰਟ ਪੜ੍ਹ ਕੇ ਜ਼ਿਆਦਾ ਕਲੈਰਿਟੀ ਦਿੱਤੀ ਜਾ ਸਕਦੀ ਆ, ਜਿਹਦੇ ਪੁਆਇੰਟ ਲੈ ਕੇ ਆਪਣੇ ਉਹਦੇ ਚ ਸਕਿੱਲ ਪਾ ਕੇ ਐਗਜ਼ਾਮੀਨਰ ਨੂੰ ਜ਼ਿਆਦਾ ਇੰਪ੍ਰੈਸ ਕੀਤਾ ਜਾ ਸਕਦਾ, ਆਪਾਂ ਉਹ ਵਾਲੀ ਸਾਈਡ ਜਾਣਾ, ਨਾ ਕਿ ਆਪਾਂ ਆਪਣੇ ਦਿਮਾਗ ਵਾਲੀ ਸਾਈਡ ਜਾਣਾ ਕਿ ਮੇਰੇ ਹਿਸਾਬ ਨਾਲ ਆਹ ਚੀਜ਼ ਚੰਗੀ ਆ, ਮੇਰੇ ਹਿਸਾਬ ਨਾਲ ਉਹ ਚੀਜ਼। ਤੁਸੀਂ ਅੱਜ ਤੱਕ ਕਿੰਨੀ ਐਸੇ ਲਿਖ ਲਏ ਹੋਣੇ ਆ ਕਿ ਮੇਰੇ ਹਿਸਾਬ ਨਾਲ ਆਹ ਸੀ, ਤੁਹਾਡੇ ਹਿਸਾਬ ਨਾਲ ਉੱਥੇ ਲਿਖੀਆਂ ਹੀ ਨਹੀਂ ਜਾਂਦੀਆਂ ਚੀਜ਼ਾਂ। ਏਦਾਂ ਹੀ ਆ ਨਾ, ਮੈਂ ਤਾਂ ਆਹ ਲਿਖਿਆ ਸੀ, ਉਹ ਤਾਂ ਲਿਖਿਆ ਹੀ ਨਹੀਂ ਗਿਆ। Are you getting my point? Most worst mistake ਜੇ ਤੁਸੀਂ ਇਦਾਂ ਹੀ ਕਰਦੇ ਪਏ ਤਾਂ ਤੁਹਾਡੀ ਆਇਲਸ ਜੇ ਸਟਾਰਟ ਹੀ ਨਹੀਂ ਹੋਏਗੀ, ਪਰ ਸਟੇਟਮੈਂਟ ਆਈ ਅਗਰੀ ਹੋਣਾ ਵਾ। ਦਿਮਾਗ ਖੁੱਲਾ ਹੋਣਾ ਚਾਹੀਦਾ ਕਿ ਯਾਰ ਦੂਸਰੀ ਸਾਈਡ ਵੀ ਦੇਖ ਲਈ, ਕੀ ਪਤਾ ਉਹ ਵਧੀਆ ਲਿਖੀ ਜਾਵੇ। ਇਹਦੇ ਵਿੱਚੋਂ ਇੱਕ ਐਸੇ ਲਿਖੇ ਜਾਂਦੇ ਆ, ਜਾਂ ਤਾਂ ਤੁਸੀਂ ਇਹ ਚ ਅਗਰੀ ਹੋ ਸਕਦੇ ਹੁੰਦੇ ਹੋ, ਜਾਂ ਤੁਸੀਂ ਡਿਸਐਗਰੀ ਹੋ ਸਕਦੇ ਹੋ, ਜਾਂ ਤੁਸੀਂ ਇਹਦੇ ਵਿੱਚ ਡਿਪਲੋਮੈਟਿਕ ਹੋ ਕੇ ਵੀ ਲਿਖ ਸਕਦੇ ਹੋ। ਡਿਪਲੋਮੈਟਿਕ ਹੀ ਦੋਨਾਂ ਪਾਸਿਆਂ ਦੀ ਰੱਖ ਲਈ ਕਿ ਉਹ ਵੀ ਸਹੀ ਆ ਤੇ ਉਹ ਵੀ ਸਹੀ ਆ। ਜਿਵੇਂ ਆਪਾਂ ਨਾਨ ਵੈਜ ਤੇ ਵੈਜ ਵਾਲੀ ਸਾਈਡ ਲਿਖਦੇ ਆ ਕਿ ਕਈ ਥਾਵਾਂ ਦੇ ਉੱਤੇ ਜੀ ਨਾਨ ਵੈਜ ਖਾਣਾ ਚੰਗਾ ਵਾ, ਕਈ ਥਾਵਾਂ ਦੇ ਉੱਤੇ ਵੈਜ ਖਾਣਾ ਚੰਗਾ। ਇੱਕ ਹੋਰ ਕੰਟਰੋਵਰਸੀ ਚੱਲਦੀ ਪਈ ਹੈ ਜਾਂ ਮਿਥ ਕਹਿ ਲਓ, ਲੋਕ ਕਹਿੰਦੇ ਆ ਜਿੱਥੇ ਔਰ ਪਾਇਆ ਹੋਊਗਾ ਤਾਂ ਫਿਰ ਜਾਂ ਤਾਂ ਕੱਲਾ ਅਗਰੀ ਹੋਣਾ ਜਾਂ ਕੱਲਾ ਡਿਸਐਗਰੀ ਹੋਣਾ। ਕਿਸੇ ਦਿਨ ਇੱਥੇ ਇਹੋ ਜਿਹੀ ਚੀਜ਼ ਪੈ ਜਾਣੀ ਆ ਵੀ ਆ ਵੀ ਚੀਜ਼ ਜ਼ਰੂਰੀ ਹੋਊਗੀ, ਆ ਵੀ ਚੀਜ਼ ਜ਼ਰੂਰੀ ਹੋਊਗੀ। ਜਿਹੜਾ ਸਿਰਫ ਇੱਕ ਪਾਸੇ ਜਾਊਗਾ ਨਾ ਫੁਲਿਸ਼ਨੈਸ ਹੋਊਗੀ, ਪਿਓਰ, ਹਨਾ। ਜੇ ਕੱਲ ਨੂੰ ਕੋਈ ਇਦਾਂ ਦੀ ਸਟੇਟਮੈਂਟ ਆ ਜਾਏ ਵੀ ਪਹਿਲਾਂ ਦੁਨੀਆ ਨੂੰ ਪਾਣੀ ਬਚਾਉਣਾ ਜ਼ਰੂਰੀ ਹੈ ਜਾਂ ਪਹਿਲਾਂ ਹਵਾ ਬਚਾਉਣੀ ਜ਼ਰੂਰੀ ਆ, ਐਗਰੀ ਔਰ ਡਿਸਐਗਰੀ। ਕੁਝ ਬੰਦੇ ਕਹਿੰਦੇ ਪਏ ਆ ਕਿ ਪਹਿਲਾਂ ਆਪਾਂ ਨੂੰ এনवायरमेंटल ਪ੍ਰੋਬਲਮ ਨੂੰ ਠੀਕ ਕਰਨਾ ਚਾਹੀਦਾ, ਕੁਝ ਬੰਦੇ ਕਹਿੰਦੇ ਆ ਪਹਿਲਾਂ ਆਪਾਂ ਨੂੰ ਐਜੂਕੇਸ਼ਨ ਤੇ ਧਿਆਨ ਦੇਣਾ ਚਾਹੀਦਾ। ਜੇ ਲੋਕ ਪੜ੍ਹੇ ਲਿਖੇ ਹੋਣਗੇ ਫੇਰ ਹੀ ਤਾਂ এনवायरमेंट ਦਾ ਧਿਆਨ ਰੱਖਣਗੇ, ਠੀਕ ਹੈ। ਇੱਕ ਪਾਸੇ ਜਾ ਸਕਦੇ ਆ ਤੁਸੀਂ। ਕੱਲ ਵੀ ਕੋਈ ਇਦਾਂ ਦੀ ਗੱਲ ਚੱਲਦੀ ਪਈ ਸੀ, ਉਹ ਦੋਨੇ ਪਾਸੇ ਗੱਲ ਜਾ ਰਹੀ ਸੀ। ਕੱਲ ਸ਼ਾਮ ਨੂੰ ਜਦੋਂ ਤੁਸੀਂ ਸਪੀਕਿੰਗ ਕਰਦੇ ਸੀ ਨਾ, ਉਹਦੇ ਵਿੱਚ ਕੋਈ ਇਦਾਂ ਦੀ ਗੱਲ ਸੀਗੀ, ਉਹ ਵੀ ਦੋਨੇ ਪਾਸੇ ਜਾ ਰਹੀ ਸੀਗੀ। ਕੀ ਸੀਗਾ? এনवायरमेंट। ਯੈਸ ਉਹ ਕਹਿੰਦੇ ਸੀ ਕਿ ਇੱਕ ਬੰਦਾ ਜਿਹੜਾ ਆਪਣੀ ਹੈਲਥ ਦਾ ਧਿਆਨ ਰੱਖੇ, ਹਨਾ, ਸੁਸਾਇਟੀ ਦੇ ਲਈ, ਸੁਸਾਇਟੀ ਉਹਦੀ ਸੋਸ਼ਲ ਜ਼ਿੰਮੇਵਾਰੀ ਬਣਦੀ ਆ ਕਿ ਮੈਂ ਆਪਣੀ ਹੈਲਥ ਦਾ ਧਿਆਨ ਰੱਖਾਂ, ਵੀ ਆਪਣੇ ਪਰਸਨਲ ਬੈਨੀਫਿਟਸ ਤਾਂ ਦੇਖਾਂ ਵੀ ਜੇ ਮੈਂ ਹੈਲਦੀ ਹੋ ਗਿਆ ਤਾਂ ਮੈਂ ਇਹ ਮੈਨੂੰ ਜੌਬ ਮਿਲ ਜੂਗੀ ਜਾਂ ਮੈਂ ਲੋਕਾਂ ਦੇ ਮੂਹਰੇ ਚੰਗਾ ਲੱਗੂੰਗਾ। ਇਹ ਨਾ ਤੁਸੀਂ ਦੇਖੋ ਕਿ ਮੇਰੀ ਸੋਸ਼ਲ ਜ਼ਿੰਮੇਵਾਰੀ ਬਣਦੀ ਆ ਮੇਰਾ ਹੈਲਦੀ ਹੋਣਾ, ਠੀਕ ਹੈ। ਔਰ ਯਾਰ ਮੈਂ ਹੈਲਦੀ ਹੋ ਗਿਆ ਤਾਂ ਉਹਦੇ ਨਾਲ ਹੀ ਸਮਾਜ ਦਾ ਫਾਇਦਾ ਹੋ ਜਾਣਾ ਵਾ, ਉਹਦੇ ਨਾਲ ਹੀ ਸੋਸ਼ਲ ਬੈਨੀਫਿਟਸ ਹੋ ਜਾਣਾ। ਕਿੱਥੋਂ ਸਟੇਟਮੈਂਟ ਕੱਢੀ ਹੋਈ ਆ ਕਿ ਮੰਨ ਲੈਂਦੇ ਆ ਨਾ ਕਿ ਪ੍ਰਿੰਸ ਨੇ ਬਲਕੀ ਹੋਣਾ ਵਾ, ਕਿ ਪ੍ਰਿੰਸ ਨੇ ਮਸਲਸ ਐਡ ਕਰਨੇ ਆ। ਪ੍ਰਿੰਸ ਨੂੰ ਕਿਉਂ ਮਸਲ ਐਡ ਕਰਨੇ ਚਾਹੀਦੇ ਆ?
ਸੋਸਾਇਟੀ ਦੇ ਫਾਇਦੇ ਲਈ ਕਿ ਇਹਨਾਂ ਦੇ ਪਰਸਨਲ ਬੈਨੀਫਿਟਸ ਦੇਖਣੇ ਚਾਹੀਦੇ, ਆਟੋਮੈਟਿਕਲੀ ਹੋ ਜਾਣੇ ਆ ਇਨਡਾਇਰੈਕਟਲੀ। ਜੇ ਉਹਨੇ ਪਰਸਨਲ ਹੈਲਦੀ ਹੋ ਗਿਆ, ਇਹਨੂੰ ਦੇਖ ਕੇ ਚਾਰ ਬੰਦੇ ਨੂੰ ਹੋਰ ਇੰਸਪੀਰੇਸ਼ਨ ਮਿਲੂਗੀ। ਜੇ ਸੋਸਾਇਟੀ ਲਈ ਹੋ ਗਿਆ, ਇਹਦੇ ਪਰਸਨ ਰੋਕ ਹੀ ਨਹੀਂ ਸਕਦੇ ਤੁਸੀਂ ਉਹ ਚੀਜ਼ਾਂ ਨੂੰ। ਉਹ ਚੀਜ਼ਾਂ ਦੁਨੀਆ ਆਪਸ ਦੇ ਵਿੱਚ ਕਨੈਕਟਡ ਨੇ, ਇੰਟਰਕਨੈਕਟਡ ਨੇ। ਸੇਮ ਹੀ ਚੀਜ਼ ਐਜੂਕੇਸ਼ਨ ਐਂਡ এনवायरमेंट, ਇਹ ਵੀ ਚੀਜ਼ਾਂ ਤਾਂ ਆਪਸ ਦੇ ਵਿੱਚ ਕਨੈਕਟਡ ਹੀ ਨੇ, ਹੈ ਕਿ ਨਹੀਂ? ਆਰ ਯੂ ਗੈਟਿੰਗ ਮਾਈ ਪੁਆਇੰਟ? ਸੋ ਉੱਤੇ ਆਪਾਂ ਐਸੇ ਲਿਖਦੇ ਆ ਡਿਪਲੋਮੈਟਿਕ, ਕਿਉਂਕਿ ਉਹਦੀ ਸੈਂਸ ਬਹੁਤ ਨਿਕਲਦੀ ਹੁੰਦੀ ਹੈ। ਨੰਬਰ 1। ਨੰਬਰ 2 ਤੇ ਡਿਪਲੋਮੈਟਿਕ ਐਸਿਆਂ ਦੀ ਸਭ ਤੋਂ ਜ਼ਿਆਦਾ ਵੱਡੀ ਖਾਸੀਅਤ ਕੀ ਆ? ਜਿੱਥੇ ਕੋਈ ਐਸੇ ਨਹੀਂ ਨਾ ਲਿਖਿਆ ਜਾਂਦਾ, ਉੱਥੇ ਡਿਪਲੋਮੈਟਿਕ ਐਸੇ ਲਿਖਿਆ ਜਾਂਦਾ। ਇੱਕ ਪੈਰੇ ਵਿੱਚ ਅਰਸ਼ ਦੀ ਤਾਰੀਫ ਕਰ ਦੋ, ਦੂਸਰੇ ਪੈਰੇ ਵਿੱਚ ਹਰਸ਼ ਦੀ ਤਾਰੀਫ ਕਰ ਦੋ, ਲਿਖਿਆ ਗਿਆ। ਇਹ ਵੀ ਸਹੀ ਆ ਆਪਣੀ ਜਗ੍ਹਾ ਤੇ, ਇਹ ਵੀ ਸਹੀ ਆ। ਜੇ ਪਤਲਾ ਬੰਦਾ ਚਾਹੀਦਾ ਵਾ ਤਾਂ ਹਰਸ਼ ਸਹੀ ਆ, ਜੇ ਥੋੜਾ ਟਾਲ ਬੰਦਾ ਚਾਹੀਦਾ ਵਾ ਤਾਂ ਹਰਸ਼ ਸਹੀ ਆ। ਸਹੀ ਨਹੀਂ ਹੈ? ਹਰ ਇੱਕ ਬੰਦੇ ਦੀ ਆਪਣੀ ਆਪਣੀ ਪੋਸਿਬਿਲਿਟੀ, ਹਰ ਇੱਕ ਬੰਦੇ ਦੀ ਆਪਣੀ ਆਪਣੀ ਪੋਜ਼ਿਟਿਵਿਟੀ ਹੁੰਦੀ ਆ। ਇਹ ਵੀ ਨਿਕਲ ਗਿਆ ਨਾ ਤੁਸੀਂ ਵਿੱਚੋਂ ਦੀ। ਕੋਈ ਉੱਥੇ ਸੁਲਾਹ ਕਰਾਉਣ ਲਈ ਬੈਠਾ ਰਹੂਗਾ ਵੀ ਮੈਂ ਕੀ ਕਰਾਂ ਯਾਰ, ਵੀ ਇਹਦੇ ਇੱਧਰ ਨੂੰ ਜਾਵਾਂ, ਉਹਦਾ ਵਿਚਾਰੀ ਦਾ ਦੂਸਰਾ ਬੈਨੀਫਿਟ ਨਹੀਂ ਪਤਾ, ਉਧਰ ਨੂੰ ਜਾਵਾਂ ਦੂਸਰਾ ਬੈਨੀਫਿਟ। ਜਿਹੜਾ ਤੁਸੀਂ ਆਪਦੇ ਕੋਲੋਂ ਨਕਲੀ ਜਿਹਾ ਬਣਾ ਕੇ ਪਾਓਗੇ, ਉਹਨੇ ਸਾਰਾ ਐਸੇ ਖਰਾਬ ਕਰ ਦੇਣਾ। ਠੀਕ ਹੈ? ਪੁਆਇੰਟਸ ਮੈਂ ਉਹੀ ਕਹਿੰਦਾ ਪਿਆ, ਜਿਹੜੇ ਤਰੀਕੇ ਨਾਲ ਲਿਖੇ ਹੋਏ ਆ ਉਹ ਸਬਜ਼ੀਆਂ ਵਿੱਚ ਨਾਲ ਨਹੀਂ ਹੈਗੇ ਵੀ ਆ ਵੀ ਹੋਈ ਜਾਂਦਾ ਉਹ ਵੀ ਹੋਈ ਜਾਂਦਾ। ਜਿਹਦੀ ਪ੍ਰੋਪਰ ਐਕਸਪਲੇਨੇਸ਼ਨ ਆ। ਜੇ ਫਾਸਟ ਫੂਡ ਖਾ ਕੇ ਫੈਟ ਵੱਧਦਾ ਵਾ ਤਾਂ ਕਿਵੇਂ ਫੈਟ ਵੱਧਦਾ ਵਾ? ਠੀਕ ਹੈ? ਐਕਸਰਸਾਈਜ਼ ਲਗਾ ਕੇ ਬੰਦਾ ਹੈਲਦੀ ਹੁੰਦਾ ਵਾ ਤਾਂ ਕਿਵੇਂ? ਤੁਹਾਡੇ ਕੋਲ ਉਹਦੀ ਐਕਸਪਲੇਨੇਸ਼ਨ ਹੋਣੀ ਚਾਹੀਦੀ। ਨਾਨ ਵੈਜ ਖਾ ਕੇ ਬੰਦਾ ਹੈਲਦੀ ਹੁੰਦਾ ਤਾਂ ਕਿਵੇਂ ਹੁੰਦਾ? ਕਿਉਂਕਿ ਉਹ ਚ ਪ੍ਰੋਟੀਨ ਹੁੰਦਾ, ਲੋਕਾਂ ਨੂੰ ਪਤਾ ਹੀ ਨਹੀਂ ਹੈ। ਉਹਦੇ ਵਿੱਚ ਹਾਈ ਅਮਾਉਂਟ ਆਫ ਪ੍ਰੋਟੀਨ ਹੁੰਦਾ ਵਾ। ਫਿਸ਼ ਚ ਓਮੇਗਾ 3 ਹੁੰਦਾ ਵਾ। ਓਮੇਗਾ ਫਿਸ਼ ਦੇ ਵਿੱਚ ਓਮੇਗਾ 3 ਹੁੰਦਾ, ਜਿਹੜਾ ਹੋਰ ਚੀਜ਼ਾਂ ਦੇ ਵਿੱਚ ਫਾਈਂਡ ਹੀ ਨਹੀਂ ਕੀਤਾ ਜਾਂਦਾ ਜਲਦੀ। ਹੁੰਦਾ ਤੁਹਾਡਾ ਮਾਈਂਡ ਸ਼ਾਰਪ ਹੁੰਦਾ ਵਾ। ਜੇ ਤਾਂ ਹੁਣ ਕੋਈ ਲੁਧਿਆਣੇ ਦੇ ਵਿੱਚੋਂ, ਚੰਡੀਗੜ੍ਹ ਦੇ ਵਿੱਚੋਂ ਲਿਖੇ, ਉਹਨਾਂ ਨੂੰ ਵੈਸੇ ਹੀ ਪਤਾ ਹੋਣਾ। ਆਪਣੇ ਬਹੁਤ ਟੀਚਰਸ ਹੋਣਗੇ, ਉਹਨਾਂ ਨੂੰ ਨਹੀਂ ਪਤਾ ਹੋਣਾ ਵੀ ਓਮੇਗਾ 3 ਹੁੰਦਾ ਕੀ ਆ। ਸਪਲੀਮੈਂਟ ਦਾ ਤੇ ਮੈਡੀਸਿਨ ਦਾ ਫਰਕ ਨਹੀਂ ਪਤਾ ਲੋਕਾਂ ਨੂੰ। ਪਤਾ ਲੱਗਿਆ ਮੇਰੀ ਗੱਲ? ਹਾਂਜੀ। ਹਾਂ, ਆਪਾਂ ਕਹਿ ਦਿੰਦੇ ਆ ਚਿਕਨ ਖਾਣਾ ਚਾਹੀਦਾ ਕਿਉਂਕਿ ਇਹ ਸਿਹਤ ਲਈ ਵਧੀਆ ਵਾ। ਅਗਲੇ ਦਿਨ 40 ਚੀਜ਼ਾਂ ਬਣਾ ਦੇਣੀਆਂ। ਮੈਂ ਉਹ ਅਗਲਾ ਤੁਹਾਨੂੰ ਬਣਾਉਣਾ ਚਾਹੁੰਦਾ ਹਾਂ। ਠੀਕ ਹੈ? ਚਲੋ ਅੱਗੇ ਆ ਗਿਆ ਬੋਥ ਵਿਊ ਵਾਲੇ ਅਸੀਂ। ਬੋਥ ਵਿਊ ਦੇ ਵਿੱਚ BP1 ਐਂਡ BP2, ਇਹ ਚੀਜ਼ ਨੂੰ ਹਲਕਾ ਜਿਹਾ ਧਿਆਨ ਨਾਲ ਸਮਝਿਓ, ਕਿਉਂਕਿ ਇਹ ਬੋਥ ਵਿਊ ਆ, ਇਹਦੇ ਚ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ। ਹਾਂਜੀ। ਉਹ ਕਹੂਗਾ ਬੋਥ ਵਿਊ ਪਲੱਸ ਤੁਹਾਡਾ ਓਪੀਨੀਅਨ, ਇਹ ਆਏਗਾ ਲਾਸਟ ਤੇ ਕਨਕਲੂਜਨ। ਜਦੋਂ ਤੁਸੀਂ ਕਿਸੇ ਦਾ ਪੁਆਇੰਟ ਆਫ ਵਿਊ ਲਿਖਦੇ ਪਏ ਆ ਤਾਂ ਤੁਸੀਂ ਉਹਨੂੰ ਲਿਖਣ ਦਾ ਤਰੀਕਾ ਤੁਹਾਨੂੰ ਚੇਂਜ ਕਰਨਾ ਪੈਣਾ ਵਾ। ਕਿਵੇਂ? ਤੁਹਾਨੂੰ ਕਹਿਣਾ ਪੈਣਾ ਦੇ ਬਲੀਵ। ਠੀਕ ਹੈ? ਮੰਨ ਲਓ ਮੇਰੇ ਐਸੇ ਦੀ ਮੇਰੇ ਐਸੇ ਦਾ ਇਹ ਲੈ ਗਿਆ ਵੀ the first benefit of eating non-veg food is it gives us strength, ਕਿ ਸਭ ਤੋਂ ਪਹਿਲਾ ਫਾਇਦਾ ਵਾ ਨਾਨ ਵੈਜ ਨੂੰ ਖਾਣ ਦਾ ਕਿ ਇਹਦੇ ਨਾਲ ਆਪਾਂ ਨੂੰ ਕਾਫੀ ਜ਼ਿਆਦਾ ਸਟਰੈਂਥ ਮਿਲਦੀ ਆ, ਤਾਕਤ ਮਿਲਦੀ ਆ। ਕੌਣ ਕਹਿ ਰਿਹਾ ਵਾ? ਕੌਣ ਕਹਿ ਰਿਹਾ ਵਾ? ਮੈਂ ਕਹਿੰਦਾ ਮੈਂ। the first benefit of eating non-veg food is that it gives us strength, ਹਾਂਜੀ। ਇਹ ਸਾਨੂੰ ਸਟਰੈਂਥ ਦਿੰਦਾ ਵਾ। ਕੌਣ ਕਹਿ ਰਿਹਾ ਵਾ? ਤੁਸੀਂ। ਇਹ ਐਸੇ ਕਿਹੜਾ ਹੋ ਗਿਆ? ਇਹ ਸਰ ਐਗਰੀ ਡਿਸਐਗਰੀ ਦਾ ਹੋ ਗਿਆ। ਇਹ ਚਲੇ ਗਏ ਤੁਹਾਡੇ ਬੈਨੀਫਿਟ ਤੇ ਡਰਾਬੈਕਸ ਵਾਲੇ ਹਿੱਸੇ ਦੇ ਵਿੱਚ। ਤੁਸੀਂ ਕਿਹੜਾ ਲਿਖਣਾ ਸੀ? both view. The first reason why people support non-veg is that, ਪੈ ਗਿਆ ਫਰਕ? ਪਹਿਲਾ ਰੀਜ਼ਨ ਕਿਉਂ ਲੋਕ non-veg ਨੂੰ ਸਪੋਰਟ ਕਰਦੇ ਆ is that it has a high amount of protein. ਹਾਂ, yeah, it gives us a lot of strength, ਕਿ ਸਾਨੂੰ ਸਟਰੈਂਥ ਬਹੁਤ ਦਿੰਦਾ ਵਾ। ਜਦੋਂ ਸੱਟ ਵੱਜਦੀ ਆ ਉੱਥੇ ਹੀਲ ਕਰਨ ਦੇ ਲਈ non-veg ਬਹੁਤ ਵਧੀਆ ਵਾ। ਇਦਾਂ ਦੀਆਂ ਕੁਝ ਚੀਜ਼ਾਂ। ਮੇਰੀ ਇੱਕ ਲਾਈਨ ਪੈਨ ਦੇ ਨਾਲ ਐਸੇ ਇਧਰੋਂ ਇੱਧਰ ਜਾ ਸਕਦਾ, ਉਧਰੋਂ ਇੱਧਰ ਆ ਸਕਦਾ। ਫਸਟ ਬੈਨੀਫਿਟ ਕਿਹਦੇ ਚ ਲਿਖਾਂਗੇ? ਜਿਹ ਚ ਸੈਕੰਡ ਲਿਖਣਾ ਹੋਊਗਾ। ਐਦਾਂ ਹੀ ਆ। ਹਾਂਜੀ। ਉਹ ਦੋ ਬੈਨੀਫਿਟ ਕਿਹਦੇ ਚ ਲਿਖਾਂਗੇ? ਪੋਜ਼ਿਟਿਵ ਨੈਗੇਟਿਵ ਵਿੱਚ। ਬੋਥ ਵਿਊ ਦਾ ਮਤਲਬ ਕੀ ਆ? ਕਿ ਸਿਮਰਨ ਕਹਿ ਰਹੀ ਆ ਨਾਨ ਵੈਜ ਚੰਗਾ ਵਾ, ਕਿਰਨ ਕਹਿ ਰਹੀ ਆ ਕਿ ਵੈਜੀਟੇਰੀਅਨ ਫੂਡ ਚੰਗਾ ਵਾ। ਇੱਥੇ ਮੈਂ ਕੀ ਲਿਖੂੰਗਾ? ਕਿ ਅਕੋਰਡਿੰਗ ਟੂ ਸਿਮਰਨ। ਇੱਥੇ ਮੈਂ ਕੀ ਲਿਖੂੰਗਾ? ਅਕੋਰਡਿੰਗ ਟੂ ਕਿਰਨ। ਹਾਊਐਵਰ ਬਲੀਵ ਦੈਟ। ਹਾਂ, ਪਰ ਕਿਰਨ ਮੰਨਦੀ ਆ ਕਿ ਵੈਜ ਫੂਡ ਆਲਸੋ ਹੈਜ਼ ਮੈਨੀ ਥਿੰਗਸ, ਕੁਝ ਵੀ ਵਿੱਚ ਚੀਜ਼ ਪੈ ਸਕਦੀ ਆ। ਪਤਾ ਲੱਗਿਆ ਜੀ? ਇੱਥੇ ਕੀ ਪਏਗਾ? ਦੇ ਬਲੀਵ। ਜੋ ਚੀਜ਼ ਮੈਂ ਬਹੁਤ ਟਾਈਮ ਤੋਂ ਮਿਸ ਕਰ ਰਿਹਾ ਹਾਂ, ਬਹੁਤ ਘੱਟ ਬੱਚੇ ਲਿਖਦੇ ਆ। ਜਦੋਂ ਤੁਸੀਂ ਇਹ ਨਹੀਂ ਲਿਖਿਆ ਤੁਸੀਂ ਤਾਂ ਆਪਦਾ ਵੀ ਦੇਈ ਜਾਂਦੇ ਆ ਵਿੱਚ। ਫਾਸਟ ਫੂਡ ਇਜ਼ ਵੈਰੀ ਟੇਸਟੀ। ਕੌਣ ਕਹਿ ਰਿਹਾ ਵਾ? ਜਿਹਨੇ ਐਸੇ ਲਿਖਿਆ। ਜਿਹਨੇ ਕਿਹਾ ਵਾ? ਜਿਹਨੇ ਐਸੇ ਲਿਖਿਆ ਵਾ। ਦੇ ਬਲੀਵ ਫਾਸਟ ਫੂਡ ਇਜ਼ ਵੈਰੀ ਟੇਸਟੀ। ਇਟ ਇਜ਼ ਨੋਨ ਦੈਟ ਫਾਸਟ ਫੂਡ ਇਜ਼ ਵੈਰੀ, ਕੁਝ ਚੀਜ਼ਾਂ ਪੈ ਸਕਦੀਆਂ, ਰਾਈਟ? ਮੈਂ ਇਹ ਨਹੀਂ ਕਹਿ ਰਿਹਾ ਵੀ ਇਹੀ ਲਾਈਨ ਲਿਖਿਆ ਤੁਸੀਂ।
ਆਈ ਵਾਂਟ ਟੂ ਸੇ ਕਿ ਇੱਕ ਗੱਲ ਨੂੰ ਨਾ ਕਹਿਣ ਦਾ ਤਰੀਕਾ ਇਹੋ ਜਿਹਾ ਹੁੰਦਾ ਵੀ ਉਹ ਤੁਹਾਡਾ opinion ਬਣ ਜਾਂਦਾ ਵਾ, ਉਹਦੇ ਵਿੱਚ ਹੀ ਕੁਝ ਆਪਾਂ ਐਡ ਕਰਦੇ ਆ, ਉਹ ਕਿਸੇ ਦਾ opinion ਬਣ ਜਾਂਦਾ ਵਾ। ਠੀਕ ਹੈ ਜੀ, ਚਲੋ ਦੇ ਬਲੀਵ ਹੋ ਗਿਆ। ਉੱਥੇ ਸਟਾਰਟਿੰਗ ਮਤਲਬ ਨਾ ਕਮੈਂਸ ਵਿਦ ਦ ਪੋਜ਼ਿਟਿਵ ਸਾਈਡ ਟੂ ਕਮੈਂਸ ਵਿਦ ਸਪੋਰਟਰਸ, ਇਦਾਂ ਪੈ ਸਕਦਾ। ਸਪੋਰਟਰਸ ਬਲੀਵ ਦੈਟ, ਇਦਾਂ ਦੀਆਂ ਚੀਜ਼ਾਂ ਪੈ ਸਕਦੀਆਂ। ਇਹਨੂੰ ਸਟਾਰਟ ਕਰਨਾ ਦੋਨੇ ਅਲੱਗ-ਅਲੱਗ ਚੀਜ਼ਾਂ ਹੋਣੀਆਂ ਚਾਹੀਦੀਆਂ। ਇਹ 'ਚ ਤੁਹਾਡਾ ਟੱਚ ਨਹੀਂ ਆਉਣਾ ਚਾਹੀਦਾ। ਲਿਖਿਆ ਤੁਸੀਂ ਹੈ, ਤੁਸੀਂ ਕਿਸੇ ਦੇ ਮੋਢੇ ਤੇ ਰੱਖ ਕੇ ਚਲਾਉਣੀ ਹੈ, ਤੁਸੀਂ ਕਿਸ ਦਾ ਪੁਆਇੰਟ ਪ੍ਰੈਜ਼ੈਂਟ ਕਰਨਾ। ਕਲੀਅਰ ਹੋਇਆ ਇਹਨਾਂ ਤੱਕ? ਨੰਬਰ 1 ਨੰਬਰ 2 ਦੇ ਉੱਤੇ ਤੁਸੀਂ ਜਿਹੜਾ ਆਪਣਾ ਕਨਕਲੂਜਨ ਪਾਉਣਾ ਵਾ, ਉਹ ਜਦੋਂ BP1 ਪੜਿਆ ਤੁਹਾਨੂੰ ਫੀਲ ਹੋਇਆ ਕਿ ਵੈਜ ਫੂਡ ਸਭ ਤੋਂ ਬੈਸਟ ਆ। ਜਦੋਂ BP2 ਰੀਡ ਕੀਤਾ ਤਾਂ ਲੱਗਾ ਦੂਜੇ ਬੰਦੇ ਵੀ ਸਹੀ ਆ ਕਿ ਦੂਸਰੇ ਵੀ ਸਹੀ ਕਹਿ ਰਹੇ ਆ। ਉਸ ਤੋਂ ਬਾਅਦ ਕਨਕਲੂਜਨ ਲਿਖਣੀ ਉਹ ਇੱਕ ਚੈਲੰਜਿੰਗ ਜਿਹਾ ਕੰਮ ਹੁੰਦਾ ਵਾ। ਠੀਕ ਹੈ, ਕਿ ਕਈ ਥਾਵਾਂ ਦੇ ਉੱਤੇ ਵੈਜ ਫੂਡ ਚੰਗਾ ਵਾ, ਕਈ ਥਾਵਾਂ ਦੇ ਉੱਤੇ ਨਾਨ ਵੈਜ ਫੂਡ ਚੰਗਾ ਵਾ। ਰਟੀਆਂ ਰਟਾਈਆਂ ਲਾਈਨਾਂ ਨਹੀਂ ਚਾਹੀਦੀਆਂ ਕਿ both the points are logical। ਹਰ ਇੱਕ ਜਗ੍ਹਾ ਤੇ ਨਹੀਂ ਲਿਖੀ ਜਾ ਸਕਦੀ ਕਿ both the points are logical। ਕਈ ਐਗਰੀ ਡਿਸਐਗਰੀ ਦੇ ਵਿੱਚ both ਵੀ ਲਿਖੀ ਜਾਂਦੇ ਆ। ਠੀਕ ਹੈ, ਤਿੰਨ ਚੀਜ਼ਾਂ ਹੁੰਦੀਆਂ ਇਸ ਦੇ ਵਿੱਚ, ਆਰਗੂਮੈਂਟ, ਡਿਮਾਂਡ ਪਲੱਸ ਆਬਜ਼ਰਵੇਸ਼ਨ। ਆਬਜ਼ਰਵੇਸ਼ਨ ਦਾ ਮਤਲਬ ਕੀ ਆ? ਅੱਜ ਕੱਲ ਚੱਲ ਕੀ ਰਿਹਾ, ਮਹਿੰਗਾਈ ਬਹੁਤ ਵੱਧ ਗਈ, ਕੋਈ ਲਿਖੀ ਜਾਂਦਾ ਮਹਿੰਗਾਈ ਬਹੁਤ ਵੱਧ ਗਈ, ਆਈ ਡਿਸਐਗਰੀ ਵਿਦ ਇਟ। ਤੁਸੀਂ ਆਬਜ਼ਰਵੇਸ਼ਨ ਨਾਲ ਤਾਂ ਉਹ ਹੋ ਹੀ ਨਹੀਂ ਸਕਦੇ। ਆਬਜ਼ਰਵੇਸ਼ਨ ਕੀ ਆ ਕਿ ਅੱਜ ਕੱਲ ਬਹੁਤ ਬੱਚੇ ਐਲਸ ਕਰਦੇ ਪਏ ਆ, ਮੁੱਕਰ ਸਕਦੇ ਆ ਤੁਸੀਂ ਇਹਦੇ ਤੋਂ? ਕਿਸੇ ਨੇ ਉਹਦੇ ਵੀ 5.5 ਆਏ ਹੋਏ ਆ, ਤੁਸੀਂ ਕਹੋਗੇ ਨਾ ਕਿ ਖਰਾਬ ਐਸੇ ਲੈ ਕੇ ਵੀ 5.5 ਆ ਗਏ ਮੇਰੇ ਤਾਂ, ਮੈਨੂੰ ਤਾਂ ਅੱਧਾ ਹੀ ਬੈਂਡ ਚਾਹੀਦਾ ਵਾ, ਮੇਬੀ ਤੁਹਾਡੇ ਮਨ ਚੋਂ ਡਾਊਟ ਹੋਵੇ, ਉਹ ਬੰਦੇ ਦੇ ਵੀ 5.5 ਆਏ ਆ। ਆਬਜ਼ਰਵੇਸ਼ਨ ਨਾਲ ਹੀ ਕੰਮ। ਕਿਸੇ ਨੇ ਗਲੋਬਲਾਈਜੇਸ਼ਨ ਨੂੰ ਲਿਖਤਾ ਸੀ ਗਲੋਬਲ ਵਾਰਮਿੰਗ, ਉਹਦੇ ਵੀ 5.5 ਆਏ ਹੋਏ ਆ। ਸਾਰਾ ਐਸੇ ਕਿਹਦੇ ਤੇ ਸੀਗਾ? ਗਲੋਬਲਾਈਜੇਸ਼ਨ। ਗਲੋਬਲਾਈਜੇਸ਼ਨ ਦਾ ਮਤਲਬ ਕੀ ਆ? ਦੁਨੀਆ ਇੱਕ ਕੰਟਰੀ ਤੋਂ ਦੂਜੇ ਪਾਸੇ ਲੋਕ ਵਿਸ਼ਵੀਕਰਨ ਹੋਈ ਜਾਂਦਾ, ਰਾਈਟ? ਲੋਕ ਮਾਈਗ੍ਰੇਸ਼ਨਸ ਬਹੁਤ ਜ਼ਿਆਦਾ ਹੋ ਰਹੀਆਂ ਨੇ, ਇਮੀਗ੍ਰੇਸ਼ਨ ਐਮੀਗ੍ਰੇਸ਼ਨ ਵਾਟਐਵਰ, ਤੇ ਉਹ ਬੰਦੇ ਦੇ ਵੀ 5.5 ਆਏ ਹੋਏ ਆ। ਆਬਜ਼ਰਵੇਸ਼ਨ ਕੀ ਹੁੰਦਾ ਵਾ? ਦੁਨੀਆ 'ਚ ਚੱਲ ਕੀ ਰਿਹਾ ਵਾ। nowadays the level of crime has increased remarkably। crime ਬਹੁਤ ਜ਼ਿਆਦਾ ਤੇਜ਼ੀ ਨਾਲ ਵੱਧ ਗਿਆ। some people believe that capital punishment is the only solution। only solution ਕੀ ਆ? capital punishment। demand ਕੀ ਆ? do you agree or disagree? ਪਤਾ ਲੱਗਿਆ? ਇਹ ਐਸੇ ਕਿਹੜਾ ਵਾ? agree disagree। ਜੇ ਕੋਈ ਬੰਦੇ ਨੇ ਇਹਨੂੰ ਛੱਡ ਕੇ ਇੱਥੇ ਲਿਖਤਾ ਵੀ ਕਿਹੜੀ ਕੈਪੀਟਲ ਪਨਿਸ਼ਮੈਂਟ, ਕ੍ਰਾਈਮ ਤਾਂ ਵਧੇ ਨਹੀਂ ਆ, ਸਾਡੇ ਪਿੰਡ ਤਾਂ ਕੁਝ ਨਹੀਂ ਹੁੰਦਾ, ਹੋ ਗਿਆ ਕੰਮ। ਅਗਲਾ ਕਹਿੰਦਾ ਰਹੋ ਫਿਰ, ਆ ਚੱਕੋ 5 ਮਿੰਟ ਰਹੋ, ਆਪਦੇ ਘਰੇ ਰਹੋ। ਉੱਥੇ ਕੀ ਜਾਣਾ ਕੈਨੇਡਾ ਕਰਕੇ, ਉੱਥੇ ਤਾਂ ਕ੍ਰਾਈਮ ਹੁੰਦੀ ਆ। ਠੀਕ ਹੈ, ਇਹ ਕੀ ਦੱਸਦਾ ਪਿਆ ਵਾ? ਐਸੇ ਕਿਹੜੇ ਹੋਏਗਾ? ਅਗਰੀ ਡਿਸਐਗਰੀ। ਦੂਸਰਾ ਐਸੇ ਸੁਣੋ, ਆਬਜ਼ਰਵੇਸ਼ਨ, ਆਰਗੂਮੈਂਟ 1, ਆਰਗੂਮੈਂਟ 2 ਐਂਡ ਡਿਮਾਂਡ। ਕਿਹੜਾ ਐਸੇ ਹੈ ਇਹ? ਜਮਾਂ ਹੀ ਗਲਤ। ਕਿਹੜਾ ਐਸੇ ਹੈ ਇਹ? ਆਊਟਵੇ। ਠੀਕ ਹੈ, ਇਹ ਐਸੇ ਦੋ ਪਾਸੇ ਜਾ ਸਕਦਾ, ਜਾਂ ਤਾਂ ਹੀ ਬਣ ਸਕਦਾ ਵਾ ਬੋਥ ਵਿਊ, ਜਾਂ ਬਣ ਸਕਦਾ ਵਾ ਇਹ ਅਗਰੀ ਡਿਸਐਗਰੀ। ਕਈ ਬੰਦੇ ਕਹਿੰਦੇ ਪਏ ਆ ਕੈਪੀਟਲ ਪਨਿਸ਼ਮੈਂਟ ਓਨਲੀ ਸੋਲੂਸ਼ਨ ਆ, ਕਈ ਬੰਦੇ ਕਹਿੰਦੇ ਪਏ ਆ ਐਜੂਕੇਸ਼ਨ ਓਨਲੀ ਸੋਲੂਸ਼ਨ ਆ। ਯੂ ਅਗਰੀ ਵਿਦ, ਤੁਸੀਂ ਕੀ ਨਾਲ ਅਗਰੀ ਕਰਦੇ ਹੋ? ਜਾਂ ਵਾਟ ਇਜ਼ ਯੋਰ ਓਪੀਨੀਅਨ? ਕਿਵੇਂ ਹੋ ਗਿਆ? ਕਿਵੇਂ ਹੋ ਗਿਆ? ਕਿਹੜੀ ਕਿ ਜਦੋਂ ਆਪਾਂ ਸਟੇਟਮੈਂਟ ਪੜ੍ਹਦੇ ਆ, ਸਭ ਤੋਂ ਮੋਸਟ, ਵੈਸੇ ਤਾਂ ਸਾਰੀ ਸਟੇਟਮੈਂਟ ਹੀ ਜ਼ਰੂਰੀ ਹੈ, ਪਰ ਡਿਮਾਂਡ ਲਾਈਨ ਨੂੰ ਟੱਚ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਤੁਸੀਂ ਡਿਮਾਂਡ ਲਾਈਨ ਨਾਲ ਰੀਡ ਕੀਤੀ, ਹੋ ਸਕਦਾ ਤੁਹਾਨੂੰ ਲੱਗੇ ਕਿ ਦੋ ਵਿਊ ਦਿੱਤੇ ਸੀ, ਬੋਥ ਵਿਊ ਹੋਊਗਾ, ਹੋ ਗਿਆ ਕੰਮ। ਪਤਾ ਲੱਗਿਆ ਜੀ? ਕੁਝ ਬਰੀਕੀਆਂ ਸੀ, ਆਈ ਥਾਟ ਕਿ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੀਦੀਆਂ ਨੇ, ਕਿਉਂਕਿ ਕੁਝ ਬੇਸਿਕਸ ਵਾਲੇ ਬੈਠੇ ਆ, ਕੁਝ ਇਧਰੋਂ। ਯੈਸ सर जी, मान के चलो ऑब्जर्वेशन देके आपने आर्गुमेंट 1 देती है, आर्गुमेंट 2 देता ਤੇ ਲਿਖਤਾ ਕਿ ਤੁਹਾਡਾ ਕੀ opinion ਹੈ, ਇਹਦਾ ਮਤਲਬ ਕੀ ਹੈ? ਬੋਥ ਵੀ ਹੋ ਜਾਂ ਫਿਰ ਐਗਰੀ ਡਿਸਐਗਰੀ? ਐਗਰੀ ਡਿਸਐਗਰੀ ਤੁਹਾਡਾ ਕੀ opinion ਹੈ? ਬੋਥ ਵੀ ਤਾਂ ਗਿਆ। ਜੇ ਤੁਹਾਡਾ opinion ਆ ਗਿਆ ਫਿਰ ਹਾਂ, ਕਈ ਲੋਕ ਕਹਿੰਦੇ ਆ ਯਾਰ ਜਦੋਂ ਵਿਹਲੇ ਆ ਗੇਮਾਂ ਖੇਡਣੀਆਂ ਚਾਹੀਦੀਆਂ, ਕਈ ਲੋਕ ਕਹਿੰਦੇ ਆ ਪੜ੍ਹਨਾ ਚਾਹੀਦਾ। ਤੁਹਾਡੇ ਹਿਸਾਬ ਨਾਲ ਕੀ ਸਹੀ ਆ? ਤੁਸੀਂ ਕੀ ਕਹੋਗੇ? ਉਹਨਾਂ ਦਾ ਵੀ ਪ੍ਰੈਜ਼ੈਂਟ ਕਰਨਾ, ਦੂਜੇ ਦਾ ਵੀ ਪ੍ਰੈਜ਼ੈਂਟ ਕਰਨਾ। ਉਹਨਾਂ ਤੁਹਾਨੂੰ ਪੁੱਛਿਆ ਵੀ ਤਾਂ ਤੁਸੀਂ ਕੀ ਕਹਿੰਦੇ ਆ? ਤੁਸੀਂ ਕਹਿੰਦੇ ਦੋਵੇਂ ਪਾਗਲ ਆ, ਮੇਰੇ ਹਿਸਾਬ ਨਾਲ ਤਾਂ ਤੀਜਾ ਕੰਮ ਕਰਨਾ ਚਾਹੀਦਾ ਜੇ ਉਹਦੇ 2 ਪੁਆਇੰਟਸ ਹੈਗੇ ਆ। ਹਾਂ, ਕੋਈ ਉਦਾਂ ਦੀ ਚੀਜ਼ ਨਹੀਂ ਹੈਗੀ, ਇਹ ਨਾਰਮਲੀ ਚੀਜ਼ ਆ, ਲੋਕ ਆ ਲਿਖ ਸਕਦੇ ਆ, ਤੁਹਾਡੇ ਦਿਮਾਗ 'ਚ ਆਹੀ ਚੀਜ਼ ਆਊਗੀ, ਇਹ ਲਿਖ ਸਕਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਪਾਗਲ ਲਿਖ ਦੋ, ਤੁਹਾਡੇ ਹਿਸਾਬ ਨਾਲ ਤੁਸੀਂ ਕਹੋ ਨਹੀਂ, ਮੇਰੇ ਹਿਸਾਬ ਨਾਲ ਇਹਦੇ ਤੋਂ ਵੀ ਬੈਸਟ ਤਰੀਕਾ ਹੈਗਾ। ਅਕੋਰਡਿੰਗ ਟੂ ਮੀ ਦੇयर इज अ थर्ड वे which is most effective as compared to these two, which is more effective as compared to these two, that is spending time with family। ਜੇ ਤੁਹਾਡੇ ਕੋਲ ਇਹਦੇ ਦੋ ਬੈਨੀਫਿਟਸ ਹੈਗੇ ਆ, ਬੇਸਿਕਲੀ ਗੱਲ ਕਰਦੀ ਹੁੰਦੀ ਪਈ ਆ, ਉਹ ਕਹਿੰਦਾ ਫ੍ਰੀ ਟਾਈਮ ਦਾ ਇਹ ਆ, ਉਹ ਕਹਿੰਦਾ ਫ੍ਰੀ ਟਾਈਮ ਦਾ। ਤੁਹਾਡਾ ਕੀ ਵਿਚਾਰ ਆ?